ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਬਿਲਾਵਲ ਰਾਗ ਦੇ ਅੰਦਰ ਦਰਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 822 ਅੰਗ ਤੇ ਹਰ ਹਰ ਨਾਮ ਅਪਾਰ ਅਮੋਲੀ। ਅਮੋਲੀ ਕਹਿੰਦੇ ਨੇ ਜਿਹਨੂੰ ਮੁੱਲ ਨਾ ਖਰੀਦਿਆ ਜਾ ਸਕੇ, ਇਤਨਾ ਬੇਸ਼ੁਮਾਰ ਕੀਮਤੀ ਜਿਸ ਦੀ ਕੀਮਤ ਕਿਸੇ ਵੀ ਹੱਦ ਦੇ ਤੱਕ ਨਾ ਚੁਕਾਈ ਜਾ ਸਕੇ, ਉਸ ਨੂੰ ਅਮੋਲੀ ਆਖਦੇ ਨੇ। ਭਾਈ ਇਸ ਦਾ ਕੋਈ ਵੀ ਮੁੱਲ ਨਹੀਂ ਤਾਰ ਸਕਦਾ। ਅਪਾਰ ਦਾ ਅਰਥ ਹੁੰਦਾ ਹੈ ਪਾਰਾਪਾਰ ਤੋਂ ਰਹਿਤ, ਬੇਅੰਤ ਬੇਤਾਦ। ਹਰ 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 ਜੋ ਸਾਰਿਆਂ ਨੂੰ ਹਰਿਆ ਭਰਿਆ ਕਰਨ ਵਾਲਾ ਹੈ, ਹਰ ਜੋ ਹਰ ਇੱਕ ਦੇ ਅੰਦਰ ਸੁਭਾਇਮਾਨ ਹੈ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਪਾਈ। ਹਰੀ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਨਾਮ ਸਿਮਰਨ ਕਰਨ ਕਰਕੇ ਸਾਡੇ ਅੰਦਰ ਖੁਸ਼ੀ ਦੀ ਲਹਿਰ ਚੱਲਦੀ ਹੈ, ਅੰਦਰ ਹਰਿਆਵਲ ਬਣ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਇਹ ਗੁਰਮੁਖ ਪਿਆਰਿਆ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੋ ਬੜਾ ਅਮੋਲਕ ਹੈ। ਉਸ ਪਰਮਾਤਮਾ ਦੇ ਨਾਮ ਨੂੰ ਤੂੰ ਜਪਣਾ ਕਰ। ਇਸ ਪਾਵਨ ਸ਼ਬਦ ਦੇ ਅੰਦਰ ਗੁਰਸਿੱਖ ਦਾ ਤੇ ਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਵਾਹਿਗੁਰੂ ਦੇ ਨਾਮ ਦਾ ਆਪਸੀ ਜੋ ਪਿਆਰ ਹੈ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਉਸ ਨੂੰ ਸਿਧਾਂਤ ਬਣਾਉਂਦਿਆਂ ਹੋਇਆਂ, ਸੰਗਤਾਂ ਨੂੰ ਗਿਆਨ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਇਹ ਪਾਵਨ ਸ਼ਬਦ ਦਰਜ ਕੀਤਾ ਹੈ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜੋ ਪਾਰਾਵਾਰ ਤੋਂ ਰਹਿਤ ਹੈ ਤੇ ਬੜਾ ਅਮੋਲਕ ਹੈ ਜੀ। ਪ੍ਰਾਨ ਪਿਆਰੋ ਮਨਹਿ ਆਧਾਰੋ, ਚੀਤ ਚਿਤਵੋ ਜੈਸੇ ਬਾਣ ਤੰਬੋਲੀ। ਪ੍ਰਾਨ ਪਿਆਰੋ, ਮਨੁੱਖ ਨੂੰ ਆਪਣੀ ਜਾਨ ਹੈ ਜਿਹੜੀ ਇਹ ਬੜੀ ਪਿਆਰੀ ਲੱਗਦੀ ਹੈ। ਆਪਣੇ ਪ੍ਰਾਣ ਨੇ ਜਿਹੜੇ ਇਹ ਬੜੇ ਪਿਆਰੇ ਲੱਗਦੇ ਨੇ, ਪਰ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਉਹ ਫਿਰ ਆਪਣੇ ਪ੍ਰਾਣਾਂ ਤੋਂ ਵੀ ਜ਼ਿਆਦਾ ਪਿਆਰ ਉਸ ਪਰਮਾਤਮਾ ਸੱਚੇ ਸਤਿਗੁਰੂ ਨੂੰ ਕਰਦੇ ਹਨ। ਪ੍ਰਾਣ ਪਿਆਰੋ ਮਨੇ ਆਧਾਰੋ, ਮਨੇ ਮਨ ਨੂੰ ਆਖਿਆ, ਆਧਾਰੋ ਦਾ ਅਰਥ ਹੁੰਦਾ ਆਸਰਾ। ਪ੍ਰਭੂ ਪਰਮਾਤਮਾ ਦਾ ਨਾਮ ਜੋ ਬੜਾ ਅਮੋਲਕ ਹੈ ਤੇ ਪਾਰਾਵਾਰ ਤੋਂ ਰਹਿਤ ਹੈ, ਗੁਰਸਿੱਖਾਂ ਦੇ ਉਹ ਮਨ ਦੇ ਵਿੱਚ ਆਸਰਾ ਬਣਿਆ ਹੋਇਆ ਹੈ। ਨਾਮ ਦੇ ਆਸਰੇ ਦੇ ਨਾਲ ਗੁਰਮੁਖ ਪਿਆਰੇ ਗੁਰਸਿੱਖ ਆਪਣੇ ਮਨ ਨੂੰ ਸਿੱਧੇ ਰਸਤੇ ਤੇ ਤੋਰਦੇ ਹਨ ਤੇ ਪਿਆਰ ਇਤਨਾ ਕਰਦੇ ਨੇ ਕਿ ਆਪਣੇ ਪ੍ਰਾਣਾਂ ਤੋਂ ਵੀ ਜ਼ਿਆਦਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦੇ ਹਨ। ਚੀਤ ਚਿਤਵੋ ਜੈਸੇ ਪਾਨ ਤੰਬੋਲੀ। ਪਾਨ ਨਾਗਰ ਬੇਲ ਦਾ ਇੱਕ ਪੱਤਾ ਹੁੰਦਾ ਹੈ, ਉਸ ਦੇ ਵਿੱਚ ਕਥਾ ਸੁਪਾਰੀ ਆਦਿਕ ਪਾ ਕੇ ਖਾਣ ਨੂੰ ਦਿੱਤਾ ਜਾਂਦਾ ਹੈ ਤੇ ਜਿਹੜਾ ਇਸ ਨੂੰ ਤਿਆਰ ਕਰਦਾ ਹੈ, ਜਿਸ ਦੀ ਰੇਹੜੀ ਤੋਂ ਇਹ ਮਿਲਦਾ ਹੈ, ਉਸ ਨੂੰ ਤੰਬੋਲੀ ਆਖਿਆ ਜਾਂਦਾ ਹੈ। ਇਸ ਨੂੰ ਫਿਰ ਪਾਨ ਦਾ ਬੀੜਾ ਵੀ ਆਖ ਦਿੰਦੇ ਨੇ, ਪਾਨ ਖਾਣਾ ਵੀ ਆਖ ਦਿੰਦੇ ਨੇ। ਚਿਤਵੋ ਜੈਸੇ ਪਾਨ ਤੰਬੋਲੀ, ਇਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਦ੍ਰਿਸ਼ਟਾਂਤ ਦਿੱਤਾ। ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਗੁਰਬਾਣੀ ਦੇ ਅੰਦਰ ਬੜੇ ਆਉਂਦੇ ਹਨ। ਅੰਬਲੀ ਅੰਬਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਇੱਥੇ ਗੁਰੂ ਮਹਾਰਾਜ ਜੀ ਨੇ ਅੰਬਲੀ ਦਾ ਦ੍ਰਿਸ਼ਟਾਂਤ ਦਿੱਤਾ। ਸਾਨੂੰ ਇਹ ਨਹੀਂ ਆਖਿਆ ਵੀ ਅਸੀਂ ਅਮਲ ਖਾਣ ਲੱਗ ਜਾਣਾ ਹੈ। ਅਮਲ ਆਖਿਆ ਜਾਂਦਾ ਫੀਮ ਨੂੰ, ਨਸ਼ੇ ਨੂੰ। ਗੁਰੂ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਇੱਕ ਅੰਬਲੀ ਹੁੰਦਾ ਹੈ ਤੇ ਉਹਨੂੰ ਜੇ ਸਮੇਂ ਸਿਰ ਨਸ਼ਾ ਨਾ ਮਿਲੇ ਨਾ ਤੇ ਉਹਦੇ ਸਰੀਰ ਨੂੰ ਬੜੀ ਤੋਟ ਲੱਗ ਜਾਂਦੀ ਹੈ, ਬੜਾ ਦੁਖੀ ਹੁੰਦਾ ਹੈ। ਮੱਛੀ ਨੀਰ ਨਾ ਹੋਏ ਤੇ ਇੱਧਰ ਮੱਛੀ ਦਾ ਦ੍ਰਿਸ਼ਟਾਂਤ ਦਿੱਤਾ ਹੈ ਵੀ ਇਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਤੇ ਇਹਦੇ ਵਿੱਚ ਵੀ ਫਿਰ ਤੜਪਣ ਸ਼ੁਰੂ ਹੋ ਜਾਂਦੀ ਹੈ। ਇਹ ਦੋ ਦ੍ਰਿਸ਼ਟਾਂਤ ਦੇ ਕੇ ਗੁਰੂ ਮਹਾਰਾਜ ਜੀ ਨੇ ਗੁਰਸਿੱਖ ਦਾ ਤੇ ਨਾਮ ਦਾ ਆਪਸੀ ਪ੍ਰੇਮ ਚਿਤਾਰੀ ਹੈ। ਭਾਈ ਜਿਵੇਂ ਅੰਬਲੀ ਨੂੰ ਅੰਬਲ ਨਾ ਮਿਲੇ ਤੇ ਮੱਛੀ ਨੂੰ ਪਾਣੀ ਨਾ ਮਿਲੇ ਤੇ ਉਹਨਾਂ ਦੇ ਅੰਦਰ ਤੜਪ ਸ਼ੁਰੂ ਹੋ ਜਾਂਦੀ, ਉਹਨਾਂ ਦਾ ਮਰਨਾ ਹੋ ਜਾਂਦਾ ਹੈ। ਉਸੇ ਤਰ੍ਹਾਂ ਗੁਰਸਿੱਖ ਜੋ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਅੰਦਰ ਵੀ ਤੜਪ ਬਣਦੀ ਹੈ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਇੱਥੇ
ਪਾਣ ਤੰਬੋਲੀ, ਪਾਣ ਦਾ ਪਤਾ ਤਿਆਰ ਕਰਨ ਵਾਲਾ, ਇਹਨੂੰ ਤੰਬੋਲੀ ਆਖਿਆ ਗਿਆ ਹੈ। ਚੀਤ ਚਿਤਵੋ ਜੈਸੇ ਪਾਣ ਤੰਬੋਲੀ। ਗੁਰੂ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ ਇੱਥੇ ਕਿ ਜਿਹੜੇ ਪਾਣ ਖਾਣ ਵਾਲੇ ਹੁੰਦੇ ਨੇ ਨਾ, ਉਹ ਜਦੋਂ ਸਵੇਰੇ ਉੱਠਦੇ ਨੇ ਉਹਨਾਂ ਦੇ ਚਿੱਤ ਦੇ ਵਿੱਚ ਸਭ ਤੋਂ ਪਹਿਲਾ ਚੇਤਾ ਹੈ ਨਾ ਜਿਹੜਾ, ਇਹ ਪਾਣ ਤਿਆਰ ਕਰਨ ਵਾਲੇ ਦਾ ਆਉਂਦਾ ਹੈ। ਪਾਣ ਤੰਬੋਲੀ ਦਾ ਅਰਥ ਹੈ ਪਾਣ ਦਾ ਪੱਤਾ। ਇਹ ਨਾਗਰ ਬੇਲ ਹੁੰਦੀ, ਉਹਦਾ ਪੱਤਾ ਹੁੰਦਾ ਹੈ। ਇਹਦੇ ਵਿੱਚ ਕੱਥਾ ਤੇ ਹੋਰ ਸਮਾਨ ਪਾ ਕੇ ਤੇ ਤਿਆਰ ਕਰਕੇ ਦੇਣ ਵਾਲੇ ਨੂੰ ਤੰਬੋਲੀ ਆਖਿਆ ਹੈ। ਸਵੇਰੇ ਉੱਠਣ ਸਾਰ ਪਾਣ ਖਾਣ ਵਾਲਿਆਂ ਨੂੰ ਇਹਦਾ ਬੜਾ ਚੇਤਾ ਹੁੰਦਾ ਹੈ। ਉਸੇ ਤਰ੍ਹਾਂ ਗੁਰਸਿੱਖ ਜਿਹੜਾ ਇਹ ਜਦੋਂ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਇਸ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਚੇਤੇ ਹੁੰਦਾ ਹੈ। ਮੇਰੇ ਖਿਆਲ ਗੱਲ ਪਕੜ ਚ ਆ ਗਈ ਹੋਣੀ ਹੈ। ਮੈਂ ਦੋਹਾਂ ਤੁਕਾਂ ਦਾ ਸੁਮੇਲ ਕਰਕੇ ਆਪ ਜੀ ਦੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹਰ ਹਰ ਨਾਮ ਅਪਾਰ ਅਮੋਲੀ। ਪਹਿਲੀ ਤੁਕ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਅਮੋਲਕ ਦੱਸਿਆ ਹੈ। ਬੇਸ਼ੁਮਾਰ ਕੀਮਤੀ ਹੈ, ਕਿਸੇ ਵੀ ਕੀਮਤ ਤੇ ਉਸ ਪਰਮਾਤਮਾ ਦੇ ਨਾਮ ਨੂੰ ਖਰੀਦਿਆ ਨਹੀਂ ਜਾ ਸਕਦਾ। ਭਗਤ ਨਾਮਦੇਵ ਜੀ ਦੇ ਪਾਸ ਇੱਕ ਵਾਰੀ ਇੱਕ ਬੜਾ ਅਮੀਰ ਮਨੁੱਖ ਆ ਗਿਆ ਤੇ ਉਹਨੇ ਭਗਤ ਜੀ ਨੂੰ ਬੇਨਤੀ ਕੀਤੀ, ਜੀ ਤੁਸੀਂ ਨਾਮ ਹੈ ਨਾ ਜਿਹੜਾ ਇਹ ਮੈਨੂੰ ਦੇ ਦਿਓ ਤੇ ਆਪ ਦੀ ਇੱਛਾ ਦੇ ਅਨੁਸਾਰ ਜਿਤਨਾ ਵੀ ਤੁਹਾਨੂੰ ਧਨ ਚਾਹੀਦਾ ਹੋਵੇ ਇਹ ਸਾਰਾ ਧਨ ਹੈ ਜਿਹੜਾ ਇਹ ਤੁਸੀਂ ਲੈ ਜਾਵੋ। ਜਿਸ ਤਰ੍ਹਾਂ ਤੁਹਾਡੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਦਾ ਵਾਸ ਹੋਇਆ, ਤੁਸੀਂ ਭਗਤੋਂ ਤੇ ਮੈਨੂੰ ਵੀ ਇਸੇ ਤਰ੍ਹਾਂ ਕਿਰਪਾ ਕਰ ਦਿਓ, ਨਾਮ ਹੈ ਜਿਹੜਾ ਇਹ ਦੇ ਦਿਓ। ਭਗਤ ਜੀ ਨੇ ਉਹਨੂੰ ਸਮਝਾਉਣ ਦੇ ਲਈ ਇੱਕ ਤੱਕੜੀ ਮੰਗਵਾਈ ਤੇ ਤੁਲਸੀ ਦੇ ਪੱਤੇ ਮੰਗਵਾਏ। ਤੁਲਸੀ ਦੇ ਪੱਤੇ ਨਾਲ ਰਾਮ ਲਿਖ ਕੇ ਤੱਕੜੀ ਦੇ ਇੱਕ ਪਲੜੇ ਤੇ ਪਾ ਦਿੱਤਾ ਤੇ ਦੂਜੇ ਪਾਸੇ ਉਹਨੂੰ ਆਖਿਆ ਵੀ ਜਿੰਨੇ ਵੀ ਤੇਰੇ ਕੋਲ ਹਸਰਫੀਆਂ ਹੈਗੀਆਂ ਨੇ ਨਾ, ਇਹ ਸਾਰੀਆਂ ਤੂੰ ਇੱਧਰ ਪਾਣੀਆਂ ਕਰ। ਇਹਨੇ ਸਾਰੀਆਂ ਹਸਰਫੀਆਂ ਦੂਜੇ ਪਲੜੇ ਦੇ ਵਿੱਚ ਪਾ ਦਿੱਤੀਆਂ, ਪਰ ਜਿੱਧਰ ਤੁਲਸੀ ਦੇ ਪੱਤੇ ਦੇ ਉੱਤੇ ਰਾਮ ਲਿਖ ਕੇ, ਵਾਹਿਗੁਰੂ ਜੀ, ਤੁਲਸੀ ਦੇ ਪੱਤੇ ਦੇ ਨਾਲ ਰਾਮ ਲਿਖ ਕੇ ਤੇ ਭਗਤ ਨਾਮਦੇਵ ਜੀ ਨੇ ਪਾਇਆ ਸੀ, ਉਹ ਪਲੜਾ ਫਿਰ ਵੀ ਭਾਰੀ ਰਹਿ ਗਿਆ। ਇਹਦੀਆਂ ਹਸਰਫੀਆਂ ਦੇ ਭਾਰ ਦੇ ਨਾਲ ਇਹ ਨਹੀਂ ਚੱਕਿਆ ਗਿਆ। ਇਸ ਤੋਂ ਫਿਰ ਉਸ ਅਮੀਰ ਨੂੰ ਸਮਝਾਇਆ ਸੀ ਕਿ ਪ੍ਰਭੂ ਪਰਮਾਤਮਾ ਦਾ ਨਾਮ ਖਰੀਦਿਆ ਨਹੀਂ ਜਾ ਸਕਦਾ। ਇਸ ਨੂੰ ਪ੍ਰਾਪਤ ਕਰਨ ਦੇ ਲਈ ਉਹਦੇ ਨਾਲ ਪ੍ਰੇਮ ਕਰਨਾ ਪੈਂਦਾ ਹੈ। ਜਿਹੜਾ ਪ੍ਰੇਮ ਕਰ ਲੈਂਦਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਤ। ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੇਮ ਕਰ ਲਿਆ ਉਹਨਾਂ ਨੂੰ ਨਾਮ ਮਿਲਦਾ ਹੈ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਅਮੋਲਕ ਦੱਸ ਰਹੇ ਹਨ। ਤੇ ਪ੍ਰਾਣ ਪਿਆਰੋ, ਜਿਹੜਾ ਗੁਰਸਿੱਖ ਹੈ ਉਹਨੂੰ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਪ੍ਰਭੂ ਪਰਮਾਤਮਾ ਦਾ ਨਾਮ ਹੋ ਜਾਂਦਾ ਹੈ। ਉਹਦੇ ਪ੍ਰਾਣ ਚਲੇ ਜਾਣ ਤਾਂ ਚਲੇ ਜਾਣ, ਪਰ ਉਹ ਨਾਮ ਹੈ ਉਹਨੂੰ ਹਿਰਦੇ ਦੇ ਵਿੱਚੋਂ ਦੂਰ ਨਹੀਂ ਕਰਦਾ, ਮਨ ਦੇ ਵਿੱਚੋਂ ਵਸਾਰਦਾ ਨਹੀਂ। ਮਨੇ ਆਧਾਰੋ, ਆਧਾਰ ਦਾ ਅਰਥ ਹੈ ਆਸਰਾ। ਆਪਣੇ ਮਨ ਦੇ ਵਿੱਚ ਨਾਮ ਦਾ ਆਸਰਾ ਬਣਾ ਕੇ ਚੱਲਦਾ ਹੈ ਤੇ ਚੇਤੇ ਪ੍ਰਭੂ ਪਰਮਾਤਮਾ ਨੂੰ ਇਸ ਤਰ੍ਹਾਂ ਕਰਦਾ ਹੈ ਜਿਵੇਂ ਕੋਈ ਪਾਨ ਖਾਣ ਵਾਲਾ ਸਵੇਰੇ ਉੱਠਣ ਸਾਰ ਤੰਬੋਲੀ ਨੂੰ ਚੇਤੇ ਕਰਦਾ ਨਾ ਵੀ ਫਲਾਣੀ ਥਾਂ ਤੇ ਰੇਹੜੀ ਲੱਗਦੀ ਏ ਤੇ ਉੱਥੇ ਜਾ ਕੇ ਮੈਂ ਇਹਨੂੰ ਖਰੀਦ ਕੇ ਖਾਣਾ ਹੈ। ਉਸੇ ਤਰ੍ਹਾਂ ਗੁਰਸਿੱਖ ਹੈ ਜਿਹੜਾ ਇਹ ਗੁਰੂ ਨੂੰ, ਆਪਣੇ ਸੱਚੇ ਸਤਿਗੁਰੂ ਨੂੰ ਅੰਮ੍ਰਿਤ ਵੇਲੇ ਉੱਠ ਕੇ ਚੇਤੇ ਕਰਦਾ ਹੈ ਤੇ ਗੁਰੂ ਦਰ ਤੱਕ ਪਹੁੰਚਦਾ ਹੈ ਜੀ। ਰਹਾਉ ਸਹਿਜ ਸਮਾਇਓ ਗੁਰ ਹੈ ਬਤਾਇਓ, ਰੰਗ ਰੰਗੀ ਮੇਰੇ ਤਨ ਕੀ ਜੋਤੀ। ਅੱਗੇ ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸਹਿਜ ਸਮਾਇਓ, ਇਹਦੇ ਲਈ ਜ਼ਿਆਦਾ ਖੇਚਲ ਨਹੀਂ ਕਰਨੀ ਪੈਂਦੀ। ਜਿਵੇਂ ਹੋਰ ਧਰਮ ਨੇ, ਯੋਗ ਸਾਧਨਾ ਦੇ ਧਰਮ ਨੇ, ਸਨਾਤਨ ਧਰਮ ਹੈ, ਇਹਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੇ ਕਰਮ ਕਾਂਡ ਨੇ ਜਿਨ੍ਹਾਂ ਦੇ ਨਾਲ ਸਰੀਰ ਨੂੰ ਬੜੀ ਤਕਲੀਫ ਹੁੰਦੀ ਹੈ। 84 ਪ੍ਰਕਾਰ ਦੇ ਆਸਨ ਨੇ ਯੋਗੀਆਂ ਦੇ। ਜਦੋਂ ਇਹ ਆਸਨ ਲਾਉਂਦੇ ਨੇ ਤੇ ਸਰੀਰ ਹੈ ਜਿਹੜਾ ਉਹ ਜਕੜਿਆ ਜਾਂਦਾ, ਬੜੀ ਤਕਲੀਫ ਹੈ ਜਿਹੜੀ ਉਹ ਸਰੀਰ ਨੂੰ ਸਹਾਰਨੀ ਪੈਂਦੀ ਹੈ। ਇਸੇ ਤਰ੍ਹਾਂ ਨਿਉਲੀ ਕਰਨ, ਕੁੰਭਕ, ਰੇਚਕ ਤੇ ਇਹ ਸਾਧਨ ਨੇ ਜਿਹੜੇ, ਇਹ ਵੀ ਬੜੇ ਸਰੀਰ ਨੂੰ ਤਕਲੀਫ ਦਿੰਦੇ ਨੇ, ਬੜੇ ਔਖੇ ਨੇ ਕਰਨੇ। ਤੇ ਜੇ ਦੂਜੇ ਪਾਸੇ ਚੱਲੀਏ, ਧੂਣੀਆਂ ਤਪਾਣੀਆਂ, ਜਲ ਧਾਰਾ ਕਰਨੇ, ਭੁੱਖੇ ਰਹਿ ਕੇ ਵਰਤ ਆਦਿਕ ਰੱਖਣੇ, ਸਰੀਰ ਦੇ ਉੱਤੇ ਵਸਤਰਾਂ ਦਾ ਧਾਰਨ ਨਾ ਕਰਨਾ, ਦਿਗੰਬਰ ਬਣ ਕੇ ਫਿਰਦੇ ਰਹਿਣਾ, ਇਹ ਵੀ ਸਾਰੇ ਸਰੀਰ ਨੂੰ ਦੁੱਖ ਹੀ ਦੁੱਖ ਮਿਲਦੇ ਨੇ।
ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਬੜੀ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ। ਸਾਨੂੰ ਸਹਿਜ ਦਾ ਮਾਰਗ ਦੱਸਿਆ ਹੈ। ਇਸ ਦੇ ਵਿੱਚ ਕੋਈ ਦੁੱਖ ਨਹੀਂ, ਇਹ ਸਹਿਜ ਦਾ ਮਾਰਗ ਹੈ। ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਸਹਿਜ ਦੇ ਨਾਲ ਹੀ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ। ਸਹਿਜ ਸਮਾਇਓ ਗੁਰਹਿ ਬਤਾਇਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਜਿਵੇਂ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਦੱਸਦੇ ਨੇ, ਅਸੀਂ ਉਸ ਤਰੀਕੇ ਦੇ ਨਾਲ ਬੜੇ ਸਹਿਜ ਸੁਖੈਨ ਢੰਗ ਦੇ ਨਾਲ ਉਸ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਸਮਾ ਸਕਦੇ ਹਾਂ, ਵਸਾ ਸਕਦੇ ਹਾਂ। ਸਹਿਜ ਸਮਾਇਓ ਗੁਰੇ ਬਤਾਇਓ। ਗੁਰੂ ਮਹਾਰਾਜ ਜੀ ਨੇ ਮਾਰਗ ਦੱਸਿਆ। ਇਸ ਮਾਰਗ ਤੇ ਤੁਰ ਕੇ ਮਾਣੇ ਜਿਹੜਾ ਆਪਣੇ ਅੰਦਰ ਸਹਿਜ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਵਸਾ ਲੈਂਦਾ ਹੈ। ਰੰਗ ਰੰਗੀ ਮੇਰੇ ਤਨ ਕੀ ਚੋਲੀ, ਇਹ ਸਰੀਰ ਨੂੰ ਚੋਲਾ ਆਖਿਆ, ਵਸਤ ਰਾਖਿਆ। ਤੇ ਰੰਗ ਰੰਗੀ ਦਾ ਅਰਥ ਹੈ ਪ੍ਰੇਮ ਦੇ ਰੰਗ ਦੇ ਵਿੱਚ ਰੰਗੇਗੀ। ਜਿਨ੍ਹਾਂ ਗੁਰਮੁਖ ਪਿਆਰਿਆਂ ਤੇ ਰਹਿਮਤ ਹੋ ਗਈ ਏ, ਸਹਿਜ ਦੇ ਨਾਲ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ, ਗੁਰੂ ਦੇ ਦੁਆਰਾ ਦੱਸੇ ਗਏ ਮਾਰਗ ਦੇ ਉੱਤੇ ਤੁਰ ਪਏ ਨੇ, ਉਹਨਾਂ ਨੇ ਪ੍ਰੇਮ ਦੇ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਆਪਣੇ ਮਨ ਨੂੰ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗ ਲਿਆ। ਤੇ ਇਹ ਸਰੀਰ ਰੂਪ ਜਿਹੜਾ ਚੋਲਾ ਹੈ, ਇਹ ਪ੍ਰਭੂ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਹੈ ਜੀ। ਪ੍ਰੇਮ ਖਲਾਗੋ ਜੋ ਵਡ ਭਾਗੋ, ਸੁਹਾਗ ਹਮਾਰੋ ਕਥੋ ਨ ਡੋਲੀ। ਪ੍ਰੇਮ ਮੁਖ ਲਾਗੋ। ਮੁਖ ਲਾਗੋ ਦਾ ਅਰਥ ਹੈ ਜਿਹੜਾ ਇਹ ਇੱਕ ਤਾਂ ਹੈ ਦਰਸ਼ਨ ਕਰਨਾ, ਤੇ ਦੂਜਾ ਇਹਦਾ ਅਰਥ ਹੈ ਮੂੰਹ ਲੱਗਣਾ। ਜਿਵੇਂ ਆਪਾਂ ਆਮ ਬੋਲੀ ਦੇ ਵਿੱਚ ਕਹਿ ਦਿੰਦੇ ਆ, ਇਸ ਤਰ੍ਹਾਂ ਦੇ ਨਿਕੰਮੇ ਬੰਦੇ ਦੇ ਤੁਸੀਂ ਮੂੰਹ ਕਿਉਂ ਲੱਗੇ ਹੋ। ਇਹਦਾ ਅਰਥ ਇਹ ਨਹੀਂ ਵੀ ਅਸੀਂ ਉਹਦੇ ਮੂੰਹ ਦੇ ਨਾਲ ਮੂੰਹ ਲਾਇਆ, ਮਤਲਬ ਇਹ ਵੀ ਇਹ ਨਿਕੰਮਾ ਹੈ ਤੇ ਇਹਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਦਾ ਤੁਸੀਂ ਜਵਾਬ ਹੈ ਜਿਹੜਾ ਉਹ ਕਿਉਂ ਦਿੱਤਾ ਹੈ, ਇਹਦੇ ਨਾਲ ਬੋਲ ਚਾਲ ਕਿਉਂ ਰੱਖੀਏ, ਇਸ ਤਰ੍ਹਾਂ ਸਮਝ ਲਈਏ ਆਪਾਂ। ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਆਪਣੇ ਗੁਰੂ ਦੇ ਨਾਲ ਗਿਆਨ ਦੀਆਂ ਵਿਚਾਰਾਂ ਕਰਦੇ ਨੇ। ਪ੍ਰੇਮ ਮੁਖ ਲਾਗੋ, ਆਪਣੇ ਪਿਆਰੇ ਗੁਰੂ ਦੇ ਮੁਖ ਲੱਗ ਗਏ ਨੇ। ਇਹਦੇ ਦੋਵੇਂ ਅਰਥ ਹੀ ਸਮਝ ਲੈਣੇ ਨੇ, ਦਰਸ਼ਨਾਂ ਵਾਲਾ ਅਰਥ ਵੀ ਸਮਝ ਲੈਣਾ ਤੇ ਉਪਦੇਸ਼ ਵਾਲਾ ਅਰਥ ਵੀ ਸਮਝ ਲੈਣਾ ਹੈ। ਪ੍ਰੇਮ ਮੁਖ ਲਾਗੋ ਜੋ ਵਡ ਭਾਗੋ, ਜਿਹੜੇ ਵੱਡੇ ਭਾਗਾਂ ਵਾਲੇ ਨੇ ਨਾ, ਉਹ ਧੰਨ ਗੁਰਬਾਣੀ ਦੇ ਦਰਸ਼ਨ ਕਰਦੇ ਨੇ ਤੇ ਧੰਨ ਗੁਰਬਾਣੀ ਦੁਆਰਾ ਜਿਹੜਾ ਉਪਦੇਸ਼ ਹੈ, ਗੁਰੂ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਚੋਂ ਜੋ ਗੁਰਬਾਣੀ ਦਾ ਉਪਦੇਸ਼ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਹੈ, ਇਹਨੂੰ ਬੜੇ ਪਿਆਰ ਦੇ ਨਾਲ ਸੁਣਦੇ ਨੇ। ਸੁਹਾਗ ਹਮਾਰੋ ਕਤੋ ਨਾ ਡੋਲੀ। ਸੁਹਾਗ ਦਾ ਅਰਥ ਹੈ ਪ੍ਰਾਪਤੀ। ਹਮਾਰੋ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਜਦੋਂ ਹੋ ਜਾਂਦੀ ਹੈ ਤੇ ਫਿਰ ਮਨੁੱਖ ਜਿਹੜਾ ਇਹ ਕਦੇ ਵੀ ਡਾਵਾਂ ਡੋਲ ਨਹੀਂ ਹੁੰਦਾ। ਜਿਹਨੂੰ ਸੱਚੇ ਸਤਿਗੁਰ ਦੇ ਦਰ ਤੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦਾ ਮਨ ਜਿਹੜਾ ਫਿਰ ਗਿਆਨ ਦੇ ਵਿੱਚ ਬੱਝਿਆ ਰਹਿੰਦਾ ਹੈ, ਕਦੇ ਡੋਲਦਾ ਨਹੀਂ। ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਆਪ ਸਾਨੂੰ ਦੱਸਿਆ ਹੈ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਿਵੇਂ ਪਾਣੀ ਤੋਂ ਤੇ ਮਿੱਟੀ ਤੋਂ ਘੜਾ ਤਿਆਰ ਹੁੰਦਾ ਹੈ, ਜਿਹੜੇ ਪਾਣੀ ਤੇ ਮਿੱਟੀ ਤੋਂ ਘੜਾ ਤਿਆਰ ਹੋਇਆ, ਉਸੇ ਪਾਣੀ ਨੂੰ ਹੁਣ ਘੜਾ ਜਿਹੜਾ ਆਪਣੇ ਵਿੱਚ ਬੰਨ੍ਹ ਕੇ ਰੱਖਣ ਦੇ ਸਮਰੱਥ ਹੋ ਗਿਆ ਹੈ। ਇਸੇ ਤਰ੍ਹਾਂ ਗਿਆਨ ਕਾ ਬੱਧਾ ਮਨ ਰਹੇ, ਗਿਆਨ ਦਾ ਬੱਝਿਆ ਹੋਇਆ ਮਨ ਜਿਹੜਾ ਇਹ ਟਿਕਾਣੇ ਤੇ ਰਹਿੰਦਾ ਹੈ। ਗੁਰ ਬਿਨ ਗਿਆਨ ਨ ਹੋਏ, ਤੇ ਗੁਰੂ ਤੋਂ ਬਿਨਾਂ ਗਿਆਨ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪ੍ਰੇਮ ਮੁਖ ਲਾਗੋ, ਜਿਹੜੇ ਆਪਣੇ ਪਿਆਰੇ ਗੁਰੂ ਦੇ ਦਰਸ਼ਨ ਕਰਦੇ ਨੇ ਤੇ ਪਾਵਨ ਉਪਦੇਸ਼ ਗੁਰੂ ਦਾ ਆਪਣੇ ਜੀਵਨ ਦੇ ਵਿੱਚ ਧਾਰਨ ਕਰਦੇ ਨੇ। ਵੱਡ ਭਾਗੋ ਭਾਈ, ਉਹ ਵੱਡੇ ਭਾਗਾਂ ਵਾਲੇ ਨੇ। ਸੁਹਾਗ ਹਮਾਰੋ ਕਤੋ ਨਾ ਡੋਲੀ, ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ ਗਿਆਨ ਦੀ, ਤੇ ਗਿਆਨ ਦੇ ਵਿੱਚ ਵੱਝਿਆ ਹੋਇਆ ਮਨ ਜਿਹੜਾ ਇਹ ਕਦੇ ਵੀ ਡਾਵਾਂ ਡੋਲ ਨਹੀਂ ਹੁੰਦਾ ਹੈ ਜੀ। ਰੂਪ ਨਾ ਰੂਪ ਨਾ ਗੰਧ ਨਾ ਦੀਪਾ, ਓਤ ਪੋਤ ਅੰਗ ਅੰਗ ਸੰਗ ਮੋਲੀ। ਇਹ ਕੁਝ ਕਿਰਿਆਵਾਂ ਨੇ ਜੋ ਬਾਹਰੀ ਕਿਰਿਆਵਾਂ ਨੇ, ਇਹਨਾਂ ਨੂੰ ਬਹਿਣ ਅੰਗ ਮੰਨਿਆ ਗਿਆ ਹੈ। ਇਹ ਉਦੋਂ ਤੱਕ ਕਰਨੀਆਂ ਬੜੀਆਂ ਯੋਗ ਨੇ ਜਦੋਂ ਤੱਕ ਅੰਦਰ ਗਿਆਨ ਰੂਪ ਪੁੱਤਰ ਦੀ ਪ੍ਰਾਪਤੀ ਨਾ ਹੋਵੇ। ਜਦੋਂ ਅੰਦਰ ਗਿਆਨ ਦੀ ਪ੍ਰਾਪਤੀ ਹੋ ਜਾਵੇ ਤੇ ਫਿਰ ਇਹਨਾਂ ਬਾਹਰੀ ਕਿਰਿਆਵਾਂ ਦੀ ਜਿਹੜੀ ਅਹਿਮੀਅਤ ਹੈ ਨਾ, ਉਹ ਘਟ ਜਾਂਦੀ ਹੈ। ਰੂਪ ਨਾ ਧੂਪ ਨਾ ਗੰਧ ਨਾ ਦੀਪਾ, ਓਤ ਪੋਤ ਅੰਗ ਅੰਗ ਸੰਗ ਮੋਲੀ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੱਸਦੇ ਨੇ ਕਿ ਜਦੋਂ ਤੱਕ ਸਾਨੂੰ ਪ੍ਰਭੂ ਪਰਮਾਤਮਾ ਦੇ
ਨਾਮ ਦੀ, ਉਸ ਦੇ ਗਿਆਨ ਦੀ, ਉਸ ਦੀ ਪ੍ਰਾਪਤੀ ਨਹੀਂ ਸੀ, ਉਦੋਂ ਇਹ ਸਾਰੀਆਂ ਬਾਹਰੀ ਕਿਰਿਆਵਾਂ ਸਨ ਜਿਹੜੀਆਂ ਇਹ ਸਾਨੂੰ ਕਰਨੀਆਂ ਪੈਂਦੀਆਂ ਸਨ। ਰੂਪ ਤੋਂ ਇਹ ਸਮਝ ਲਓ ਆਕਾਰ ਜਿਵੇਂ ਗੁਰਸਿੱਖ ਏ, ਇਹਨੇ 5 ਕਕਾਰਾਂ ਦੀ ਰਹਿਤ ਦੇ ਵਿੱਚ ਰਹਿਣਾ ਹੈ। ਨਾ ਧੂਪ ਤੇ ਧੂਪ ਹੈ ਜਿਹੜੀ ਇਹ ਸੁਗੰਧੀ ਵਾਸਤੇ ਜਦੋਂ ਅਸੀਂ ਭਜਨ ਬੰਦਗੀ ਸਿਮਰਨ ਕਰਦੇ ਹਾਂ, ਪਾਠ ਪੂਜਾ ਕਰਦੇ ਹਾਂ ਤੇ ਉਦੋਂ ਕਰਨੀ ਜਿਹੜੀ ਠੀਕ ਹੈ। ਗੰਧ ਜੋ ਆਪਾਂ ਸੈਂਟ ਆਦਿਕ ਜਾਂ ਅਤਰ ਫਲੇਰ ਛਿੜਕਦੇ ਹਾਂ ਗੁਰੂ ਮਹਾਰਾਜ ਜੀ ਦੇ ਲਈ, ਤੇ ਸੁਗੰਧੀ ਕਮਰੇ ਦੇ ਵਿੱਚ ਰੱਖਣ ਦੇ ਲਈ ਮਹਿਕ, ਦੀਪਾ ਜੋ ਆਪਾਂ ਜੋਤ ਲਾਉਂਦੇ ਹਾਂ, ਇਹ ਉਦੋਂ ਤੱਕ ਕਰਨੀਆਂ ਨੇ ਜਿਹੜੀਆਂ ਇਹ ਯੋਗ ਨੇ ਜਦੋਂ ਤੱਕ ਪ੍ਰਾਪਤੀ ਨਾ ਹੋ ਜਾਵੇ। ਜਦੋਂ ਪ੍ਰਾਪਤੀ ਹੋ ਗਈ ਤੇ ਫਿਰ ਇਹਨਾਂ ਦੀ ਅਹਿਮੀਅਤ ਜਿਹੜੀ ਇਹ ਘਟ ਜਾਂਦੀ ਹੈ। ਜਦੋਂ ਬਾਬਾ ਬੁੱਢਾ ਜੀ ਕਰਤਾਰਪੁਰ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰ ਮਿਲੇ ਸਨ ਨਾ, ਮੈਂ ਸ਼ੁਰੂ ਤੋਂ ਪ੍ਰਸੰਗ ਦੱਸਦੇ ਹਾਂ। ਬਾਬਾ ਬੁੱਢਾ ਜੀ ਬੱਕਰੀਆਂ ਚਾਰਦੇ ਸਨ ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਸੇ ਗੁਰਸਿੱਖ ਨੂੰ ਭੇਜਿਆ, ਜਾ ਭਾਈ ਇਹਨੂੰ ਸੱਦ ਕੇ ਲਿਆਓ। ਜਦੋਂ ਆਏ ਤੇ ਗੁਰੂ ਮਹਾਰਾਜ ਜੀ ਦੇ ਆਣ ਕੇ ਦਰਸ਼ਨ ਕੀਤੇ ਬਾਬਾ ਬੁੱਢਾ ਜੀ ਨੇ ਤੇ ਪੁੱਛਿਆ ਕਿ ਸੱਚੇ ਸਤਿਗੁਰ ਜੀ ਤੁਸੀਂ ਮੈਨੂੰ ਬੁਲਾਇਆ ਤੇ ਕੰਮ ਸੀ ਕੋਈ? ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਬਸ ਤੇਰੇ ਤੋਂ ਪੁੱਛਣਾ ਹੀ ਸੀ, ਤੇਰਾ ਨਾਂ ਕੀ ਹੈ ਤੇ ਤੂੰ ਕਿੱਥੇ ਰਹਿਣਾ, ਕੀ ਕਰਦਾ ਹੈ? ਬਾਬਾ ਬੁੱਢਾ ਜੀ ਚਲੇ ਗਏ। ਪਰ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਤੋਂ ਇਤਨੇ ਪ੍ਰਭਾਵਿਤ ਹੋ ਗਏ, ਅਗਲੇ ਦਿਨ ਫਿਰ ਆਪ ਚੱਲ ਕੇ ਆ ਗਏ। ਜਦੋਂ ਆਪ ਚੱਲ ਕੇ ਆਏ, ਹੌਲੀ ਹੌਲੀ ਗੁਰੂ ਦੀ ਰਹਿਮਤ ਬਖਸ਼ਿਸ਼ ਕਿਰਪਾ ਹੋ ਗਈ। ਜਦੋਂ ਕਿਰਪਾ ਹੋਈ ਸੱਚੇ ਸਤਿਗੁਰ ਦੀ, ਤੇ ਫਿਰ ਬਾਬਾ ਬੁੱਢਾ ਜੀ ਕਹਿੰਦੇ ਸੱਚੇ ਸਤਿਗੁਰ ਜੀ ਮੈਨੂੰ ਜਿਹੜਾ ਕੁਝ ਪ੍ਰਾਪਤ ਹੋਣਾ ਸੀ ਹੋ ਗਿਆ ਹੈ, ਹੁਣ ਮੈਨੂੰ ਬ੍ਰਹਣ ਕਿਰਿਆ ਕਰਨ ਦੀ ਲੋੜ ਨਹੀਂ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਤੁਹਾਨੂੰ ਤਾਂ ਸਾਰਿਆਂ ਤੋਂ ਜ਼ਿਆਦਾ ਲੋੜ ਹੈ। ਬਾਬਾ ਬੁੱਢਾ ਜੀ ਕਹਿੰਦੇ ਜੀ ਉਹ ਕਿਵੇਂ? ਬਈ ਤੁਹਾਡੇ ਵੱਲੋਂ ਵੇਖ ਕੇ ਤੇ ਬਾਕੀ ਗੁਰਸਿੱਖ ਨੇ ਜਿਹੜੇ ਉਹਨਾਂ ਨੇ ਕਰਨੀਆਂ ਨੇ, ਜੇ ਤੁਸੀਂ ਨਹੀਂ ਕਰੋਗੇ ਤੇ ਬਾਕੀ ਗੁਰਸਿੱਖਾਂ ਨੂੰ ਨਾ ਇਹਦੇ ਤੋਂ ਛੁੱਟਣਾ ਬੜਾ ਸੌਖਾ ਹੋ ਜਾਏਗਾ। ਆਖਣਗੇ ਬਾਬਾ ਬੁੱਢਾ ਜੀ ਜਿਹੜੇ ਗੁਰੂ ਮਹਾਰਾਜ ਜੀ ਦੇ ਬੜੇ ਨਜ਼ਦੀਕੀ ਗੁਰਸਿੱਖ ਨੇ ਉਹ ਨਹੀਂ ਕਰਦੇ ਤੇ ਸਾਨੂੰ ਕੀ ਕਰਨ ਦੀ ਲੋੜ ਹੈ। ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਤੁਹਾਨੂੰ ਗੁਰਬਾਣੀ ਦੇ ਨਾਲ ਇਹ ਸਮਝਾਇਆ ਵੀ ਇਹ ਬ੍ਰਾਹਣੀ ਕਿਰਿਆ ਨੇ, ਇਹ ਉਦੋਂ ਤੱਕ ਸਾਡੇ ਲਈ ਅਤ ਦੀਆਂ ਜ਼ਰੂਰੀ ਨੇ ਜਦੋਂ ਤੱਕ ਸਾਨੂੰ ਅੰਦਰ ਪ੍ਰਾਪਤੀ ਨਾ ਹੋਵੇ। ਤੇ ਜੇ ਪ੍ਰਾਪਤੀ ਹੋ ਜਾਵੇ ਤੇ ਫਿਰ ਵੀ ਭਾਈ ਜ਼ਰੂਰੀ ਨੇ, ਕਿਉਂਕਿ ਸਿਆਣੇ ਨੂੰ ਵੇਖ ਕੇ ਜਿਹੜਾ ਨਿਆਣਾ ਹੈ ਨਾ ਉਸੇ ਤਰ੍ਹਾਂ ਕਰਦਾ ਹੈ। ਆਪ ਪਰਿਵਾਰ ਵਾਲਿਓ ਵੇਖਿਆ ਹੋਣਾ, ਨਿੱਕੇ ਨਿੱਕੇ ਬੱਚੇ ਨੇ ਨਾ ਘਰਾਂ ਦੇ ਵਿੱਚ, ਤੇ ਉਹ ਵੱਡਿਆਂ ਦੇ ਜੋੜੇ ਪੈਰਾਂ ਦੇ ਵਿੱਚ ਪਾ ਕੇ ਜ਼ਿਆਦਾ ਤੁਰ ਕੇ ਪਸੰਦ ਕਰਦੇ ਨੇ। ਨਿੱਕੇ ਨਿੱਕੇ ਬੱਚੇ ਬੱਚੀਆਂ ਨੇ, ਜੇ ਬੱਚੀ ਹੋਵੇ ਤੇ ਉਹ ਆਪਣੀ ਮੰਮੀ ਵੱਲੋਂ ਵੇਖ ਕੇ ਉਹਦੀ ਚੁੰਨੀ ਦੀ ਤਰ੍ਹਾਂ ਵੱਡੀ ਸਾਰੀ ਚੁੰਨੀ ਲੈ ਲੈਂਦੀ ਹੈ, ਜਦੋਂ ਕਿ ਉਹਦੇ ਮੇਲ ਦੀ ਨਹੀਂ ਹੁੰਦੀ। ਇਹ ਕਿਉਂ ਕਰਦੇ ਨੇ? ਬੱਚੇ ਜੋ ਵੇਖਦੇ ਨੇ ਉਹ ਕਰਦੇ ਨੇ। ਤੇ ਜਿਹੜਾ ਪ੍ਰਾਪਤੀ ਵਾਲਾ ਹੋ ਗਿਆ ਉਹ ਵੱਡਾ ਹੋ ਗਿਆ, ਜਿਹੜੇ ਜੇ ਪ੍ਰਾਪਤੀ ਵਾਲੇ ਨਹੀਂ ਉਹ ਬੱਚੇ ਨੇ। ਤੇ ਉਹਨਾਂ ਨੇ ਵੇਖ ਕੇ ਸਿਆਣਿਆਂ ਦੇ ਵੱਲੋਂ ਉਸੇ ਤਰ੍ਹਾਂ ਹੀ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਹੈ ਜ਼ਰੂਰੀ ਹੈ ਸਾਰਿਆਂ ਦੇ ਲਈ। ਪਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇੱਥੇ ਸਾਨੂੰ ਇਹ ਦੱਸਿਆ ਹੈ ਕਿ ਜਦੋਂ ਪ੍ਰਭੂ ਪਰਮਾਤਮਾ ਦੇ ਵਿੱਚ ਓਤ ਪੋਤ ਦਾ ਅਰਥ ਹੁੰਦਾ ਤਾਣਾ ਤੇ ਪੇਟਾ। ਜਿਵੇਂ ਤਾਣਾ ਤੇ ਪੇਟਾ ਆਪਸ ਵਿੱਚ ਜਕੜੇ ਜਾਂਦੇ ਨੇ ਨਾ, ਜਦੋਂ ਪ੍ਰਾਪਤੀ ਹੋ ਜਾਂਦੀ ਹੈ ਫਿਰ ਇਸ ਤਰ੍ਹਾਂ ਮਨ ਤੇ ਨਾਮ ਆਪਸ ਦੇ ਵਿੱਚ ਤਾਣੇ ਤੇ ਪੇਟੇ ਦੀ ਤਰ੍ਹਾਂ ਇੱਕ ਹੋ ਜਾਂਦੇ ਨੇ। ਅੰਗ ਅੰਗ ਸੰਗ ਮੌਲੀ, ਮੌਲੀ ਦਾ ਅਰਥ ਹੈ ਮਸਤ ਹੋ ਜਾਣਾ। ਪ੍ਰਭੂ ਪਰਮਾਤਮਾ ਦੇ ਨਾਮ ਦਾ ਜਿਹੜਾ ਨਾਮ ਦੀ ਜਿਹੜੀ ਖੁਮਾਰੀ ਏ, ਨਾਮ ਦੇ ਵਿੱਚ ਜਿਹੜਾ ਮਸਤ ਹੋਣਾ, ਇਹ ਮਸਤੀ ਫਿਰ ਹਰ ਇੱਕ ਅੰਗ ਦੇ ਵਿੱਚ ਆ ਜਾਂਦੀ ਹੈ ਜੀ। ਕਹੋ ਨਾਨਕ ਪ੍ਰੇਰਵੀ ਸੁਹਾਗਨ, ਆਤਨੀ ਕੀ ਮੇਰੀ ਬਣੀ ਕਟੋਲੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸੱਚੇ ਸਤਿਗੁਰ। ਕਹੋ ਨਾਨਕ ਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਦੇ ਵਿੱਚ ਦੱਸ ਰਹੇ ਨੇ ਪ੍ਰੇਰਵੀ ਸੁਹਾਗਨ, ਜਿਹੜੇ ਪ੍ਰਾਪਤੀ ਵਾਲੇ ਨੇ ਉਹ ਪ੍ਰਭੂ ਪਰਮਾਤਮਾ ਨੂੰ ਮੰਨਦੇ ਨੇ। ਅਤ ਨਿੱਕੀ, ਨਿੱਕੀ ਦਾ ਅਰਥ ਹੁੰਦਾ ਬੜੀ ਸੋਹਣੀ, ਤੇ ਅਤ ਦਾ ਅਰਥ ਅਤ ਸੇ ਕਰਕੇ ਭਾਵ ਸਭ ਤੋਂ ਸੋਹਣੀ ਮੇਰੀ ਬਣੀ ਖਟੋਲੀ। ਇਹ ਖਾਟ ਸ਼ਬਦ ਤੋਂ ਬਣਿਆ। ਖਾਟ ਦਾ ਅਰਥ ਹੁੰਦਾ ਮੰਜਾ ਤੇ ਖਟੋਲੀ ਦਾ ਅਰਥ ਹੈ ਮੰਜੀ। ਛੋਟਾ ਮੰਜਾ ਮੰਜੀ ਹੈ ਉਹਨੂੰ ਮੰਜੀ ਆਖਦੀ ਦੀ, ਤੇ ਵੱਡਾ ਜਿਹੜਾ ਹੋਵੇ ਉਹਨੂੰ ਆਪਾਂ ਮੰਜਾ ਆਖ ਦਿੰਦੇ ਹਾਂ। ਖਾਟ ਤੋਂ ਖਟੋਲੀ ਸ਼ਬਦ ਬਣਿਆ ਹੈ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਪ੍ਰਾਪਤੀ ਵਾਲੇ ਹੋ ਗਏ ਨੇ, ਉਹ ਵਾਹਿਗੁਰੂ ਨੂੰ ਮੰਨਦੇ ਨੇ। ਅਤ ਨੀਕੀ ਮੇਰੀ ਬਣੀ ਖਟੋਲੀ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਇਹ ਸਾਡਾ ਹੁਣ ਜਿਹੜਾ ਆਸਨ ਹੈ ਇਹ ਭਾਈ ਬੜਾ ਸੁੰਦਰ ਬਣ ਗਿਆ। ਇਹਦੇ ਵਿੱਚ ਹੁਣ ਕੋਈ ਕਮੀ ਨਹੀਂ ਰਹੀ ਹੈ ਜੀ। ਬਿਲਾਵਲ ਮਹੱਲਾ ਪੰਜਵਾ। ਗੋਬਿੰਦ 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 ਮਈ।
ਪਾਵਨ ਸ਼ਬਦ ਦੇ ਅੰਦਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ ਕੀਤੀ ਏ। ਗੋਬਿੰਦ ਗੋ ਜਿਸ ਨੇ ਸਾਨੂੰ ਗੋਇਆ ਹੋਇਆ ਹੈ ਤੇ ਜੋ ਸਾਡੀ ਰੱਖਿਆ ਕਰਨ ਵਾਲਾ ਹੈ, ਜੋ ਸਾਡੀ ਪਾਲਣਾ ਕਰਨ ਵਾਲਾ ਹੈ, ਸਾਰੀ ਧਰਤੀ ਨੂੰ ਜਿਹਨੇ ਸਾਜਿਆ ਤੇ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਉਸ ਦਾ ਨਾਮ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜਪਣ ਦੇ ਲਈ ਦਿੱਤਾ ਹੈ। ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਅਸੀਂ ਜੁੜਨਾ ਹੈ। ਇਹ 3 ਵਾਰੀ ਆਇਆ। ਇਹਦਾ ਅਰਥ ਇਹ ਬਣਦਾ ਹੈ ਵੀ ਤਿੰਨੇ ਵਕਤ ਭਾਵ ਹਰ ਸਮੇਂ 3 ਕਾਲ ਮੰਨੇ ਗਏ ਨੇ। ਸਮੇਂ ਦੇ 3 ਹਿੱਸੇ ਕੀਤੇ ਜਾਂਦੇ ਨੇ, ਭਵਿੱਖ, ਭੂਤ ਤੇ ਵਰਤਮਾਨ। ਗੋਬਿੰਦ 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 ਮਈ। ਮਈ ਦਾ ਅਰਥ ਹੈ ਭਾਈ ਹੈ ਗੁਰਮੁਖ ਪਿਆਰਿਓ, ਹਰ ਵਕਤ ਸਾਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ ਹੈ ਜੀ। ਜਬ ਤੇ ਭੇਟੇ ਸਾਧ ਦਿਆਰਾ ਤਬ ਤੇ ਦੁਰਮਤ ਦੂਰ ਭਈ। ਜਦੋਂ ਤੋਂ ਅਸੀਂ ਗੁਰੂ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ। ਸਾਧ ਦਾ ਅਰਥ ਇੱਥੇ ਗੁਰੂ ਹੈ। ਜਬ ਤੇ ਭੇਟੇ ਸਾਧ ਦਿਆਰਾ, ਦਇਆ ਦੇ ਘਰ ਨੇ ਸੱਚੇ ਸਤਿਗੁਰ। ਜਦੋਂ ਤੋਂ ਅਸੀਂ ਗੁਰੂ ਵਾਲੇ ਹੋ ਗਏ ਹਾਂ, ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਤਬ ਤੇ ਦੁਰਮਤ। ਦੁਰਮਤ ਕਹਿੰਦੇ ਨੇ ਖੋਟੀ ਮਤ ਨੂੰ ਦੂਰ ਗਈ। ਇਹ ਮਤ ਕਈ ਪ੍ਰਕਾਰ ਦੀ ਹੈ ਤੇ ਧੰਨ ਗੁਰਬਾਣੀ ਦੇ ਅੰਦਰ ਵੀ ਮਤ ਦਾ ਬੜੀ ਵਾਰੀ ਜ਼ਿਕਰ ਆਇਆ ਹੈ। ਇੱਕ ਹੁੰਦੀ ਹੈ ਕੁਮਤ। ਕੁਮਤ ਕਹਿੰਦੇ ਨੇ ਮਾੜੀ ਮਤ ਨੂੰ, ਤੇ ਇੱਕ ਹੁੰਦੀ ਹੈ ਸਮਤ। ਸਮਤ ਕਹਿੰਦੇ ਨੇ ਚੰਗੀ ਮਤ ਨੂੰ। ਇੱਕ ਹੁੰਦੀ ਹੈ ਗੁਰਮਤ। ਗੁਰਮਤ ਕਹਿੰਦੇ ਨੇ ਜਿਹੜਾ ਗੁਰੂ ਦੀ ਮਤ ਦੇ ਨਾਲ ਆਪਣੇ ਜੀਵਨ ਨੂੰ ਜਿਉਂਦਾ, ਉਹਨੂੰ ਗੁਰਮਤ ਆਖ ਦਿੰਦੇ ਨੇ। ਇੱਥੇ ਸ਼ਬਦ ਆਇਆ ਦੁਰਮਤ। ਦੁਰ ਦਾ ਅਰਥ ਹੁੰਦਾ ਲੁਕਾਉਣਾ। ਦੁਰਮਤ, ਕੁਝ ਅਸੀਂ ਇਸ ਤਰ੍ਹਾਂ ਦੇ ਮਾੜੇ ਕੰਮ ਕਰਦੇ ਹਾਂ ਆਪਣੀ ਮਤ ਦੇ ਨਾਲ, ਤੇ ਉਹ ਕੀਤੇ ਹੋਏ ਮਾੜੇ ਕੰਮ ਨੇ ਜਿਹੜੇ ਫਿਰ ਉਹਨਾਂ ਨੂੰ ਲੁਕੋ ਕੇ ਰੱਖਦੇ ਆ, ਇੱਕ ਦੂਜੇ ਦੇ ਨਾਲ ਸਾਂਝਾ ਨਹੀਂ ਕਰਦੇ। ਇਹਨੂੰ ਦੁਰਮਤ ਆਖਿਆ। ਭਾਵ ਸਮਾਜ ਤੋਂ, ਗੁਰੂ ਤੋਂ, ਪਰਮਾਤਮਾ ਤੋਂ ਲੁਕੋ ਕੇ ਕੁਝ ਕਿਰਿਆਵਾਂ ਕਰ ਲੈਣੀਆਂ, ਇਹਨੂੰ ਦੁਰਮਤ ਆਖਿਆ ਜਾਂਦਾ ਹੈ। ਖੋਟੀ ਮਤ ਦੇ ਨਾਲ ਬੁਰਾਈਆਂ ਜਿਹੜੀਆਂ ਨੇ ਉਹ ਕਰ ਲੈਣੀਆਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ। ਜਬ ਤੇ ਭੇਟੇ ਸਾਧ ਦਿਆਰਾ, ਜਦੋਂ ਤੋਂ ਅਸੀਂ ਗੁਰੂ ਵਾਲੇ ਹੋ ਗਏ ਹਾਂ, ਗੁਰੂ ਨੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਦੋਂ ਤੋਂ ਜਿਹੜੀ ਸਾਡੀ ਖੋਟੀ ਮਤ ਸੀ, ਬੁਰਾਈਆਂ ਵਾਲੀ ਮਤ ਸੀ, ਦੂਰ ਭਈ। ਇਹ ਸਾਡੇ ਤੋਂ ਦੂਰ ਹੋ ਗਈ। ਕਿਉਂ ਦੂਰ ਹੋ ਗਈ? ਇਹ ਗੁਰੂ ਨੇ ਸਾਨੂੰ ਦੱਸ ਦਿੱਤਾ ਕਿ ਪ੍ਰਭੂ ਪਰਮਾਤਮਾ ਅੰਤਰਜਾਮੀ ਹੈ ਤੇ ਉਹ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ। ਅਸੀਂ ਕੁਝ ਵੀ ਉਹਦੇ ਤੋਂ ਡਰਾ ਕੇ ਨਹੀਂ ਕਰ ਸਕਦੇ, ਲੁਕਾ ਕੇ ਉਸ ਤੋਂ ਕੁਝ ਨਹੀਂ ਕਰ ਸਕਦੇ। ਇਸ ਵਾਸਤੇ ਇਹ ਬੁਰਾਈਆਂ ਜਿਹੜੀਆਂ ਨੇ ਇਹ ਦੂਰ ਹੋ ਗਈਆਂ ਹਨ ਜੀ। ਰਹਾਉ ਪੂਰਨ ਪੂਰ ਰਹਿਓ ਸੰਪੂਰਨ ਸੀਤਲ ਸ਼ਾਂਤ ਦਿਆਲ ਦਈ। ਅੱਗੇ ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਰਹਿਮਤ ਕਰਦੇ ਨੇ। ਪੂਰਨ ਪੂਰ ਰਹਿਓ ਸੰਪੂਰਨ। ਪੂਰਨ ਪੂਰ, ਪੂਰਨ ਕਹਿੰਦੇ ਨੇ ਪੂਰੇ ਨੂੰ, ਪੂਰ ਪੂਰਾ ਕਰਨ ਵਾਲਾ ਰਹਿਓ। ਪ੍ਰਭੂ ਪਰਮਾਤਮਾ ਪਰਿਪੂਰਨ ਨੇ ਤੇ ਸਾਰਿਆਂ ਦੇ ਵਿੱਚ ਉਹ ਪੂਰਾ ਹੈ। ਸੰਪੂਰਨ, ਕੋਈ ਵੀ ਉਹਦਾ ਬਣਾਇਆ ਹੋਇਆ ਅਧੂਰਾ ਨਹੀਂ, ਸਭ ਪੂਰੇ ਨੇ। ਸੀਤਲ ਸ਼ਾਂਤ ਦਿਆਲ ਦਈ। ਸੀਤਲ ਠੰਡਾ ਸ਼ਾਂਤੀ ਦੇਣ ਵਾਲਾ ਹੈ, ਦਿਆਲੂ ਕਿਰਪਾਲੂ ਹੈ ਤੇ ਦਈ ਦਿਓ ਦਏ। ਇਹ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਅੰਦਰ। ਇਹਨਾਂ ਸਾਰੇ ਸ਼ਬਦਾਂ ਦਾ ਅਰਥ ਹੈ ਪ੍ਰੇਰਕ, ਰਸਤਾ ਵਿਖਾਉਣ ਵਾਲਾ। ਮੈਂ ਇੱਕ ਵਾਰੀ ਫਿਰ ਦੱਸ ਦਿਆਂ, ਦਈ ਦਿਓ ਦਇਆ, ਇਹ ਸ਼ਬਦ ਆਉਂਦੇ ਨੇ। ਦੱਦਾ ਤੇ ਯਈਏ ਨਾਲ ਜ਼ਿਆਦਾ ਸ਼ਬਦ ਆਉਂਦੇ ਨੇ। ਇਹਨਾਂ ਦਾ ਅਰਥ ਹੁੰਦਾ ਪ੍ਰੇਰਕ, ਰਸਤਾ ਵਿਖਾਉਣ ਵਾਲਾ, ਗਾਈਡੈਂਸ, ਸਾਨੂੰ ਗਿਆਨ ਦੇ ਕੇ ਤੇ ਗੁਰੂ ਮਾਰਗ ਤੇ ਤੋਰਨ ਵਾਲਾ। ਸੱਚੇ ਸਤਿਗੁਰ ਦਿਆਲੂ ਨੇ, ਸਾਡੇ ਗਾਈਡੈਂਸ ਨੇ, ਸਾਨੂੰ ਰਸਤਾ ਵਿਖਾਉਣ ਵਾਲੇ ਨੇ, ਸਾਡੇ ਮਾਰਗ ਦਰਸ਼ਨ ਨੇ, ਸਾਨੂੰ ਪ੍ਰੇਰਨਾ ਦਿੰਦੇ ਨੇ। ਤੇ ਉਹਨਾਂ ਦਾ ਨਾਮ ਜਿਹੜਾ ਹੈ ਸਾਨੂੰ ਅੰਦਰੋਂ ਸ਼ੀਤਲ ਕਰਦਾ ਹੈ, ਅੰਦਰ ਸ਼ਾਂਤੀ ਬਣਦੀ ਹੈ। ਪ੍ਰਭੂ ਪਰਮਾਤਮਾ ਹਰ ਥਾਂ ਤੇ ਪਰਿਪੂਰਨ ਨੇ, ਵਿਆਪਕ ਨੇ। ਉਹਨਾਂ ਦਾ ਕੀਤਾ ਹੋਇਆ ਹਰ ਇੱਕ ਕਾਰਜ ਜਿਹੜਾ ਹੈ ਸੰਪੂਰਨ ਹੈ ਜੀ। ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ ਤੰਤੇ ਹੋਏ ਸਗਲ ਖਈ। ਖਈ ਦਾ ਅਰਥ ਹੁੰਦਾ ਨਾਸ ਹੋ ਜਾਣਾ। ਕਾਮ ਕ੍ਰੋਧ ਇਹ ਬੁਰਾਈਆਂ ਨੇ। ਤ੍ਰਿਸ਼ਨਾ, ਕਾਮ ਕ੍ਰੋਧ ਤ੍ਰਿਸ਼ਨਾ ਅਹੰਕਾਰਾ, ਇਹ ਸਾਰੀਆਂ ਬੁਰਾਈਆਂ ਨੇ। ਇਹਨਾਂ ਨੂੰ ਅਸਰੀ ਸੰਪਦਾ ਆਖ ਦਿੰਦੇ ਨੇ। ਤਨ ਤੇ ਹੋਏ ਸਗਲ ਖਈ। ਜਦੋਂ ਗੁਰੂ ਦੀ ਪ੍ਰਾਪਤੀ ਹੋ ਗਈ, ਗੁਰੂ ਨੇ ਗਿਆਨ ਦੇ ਦਿੱਤਾ, ਸੱਚੇ ਸਤਿਗੁਰ ਦੀ ਰਹਿਮਤ ਬਣ ਗਈ, ਤੇ ਫਿਰ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਇਹ ਅਸਲੀ ਸੰਪਦਾ ਜਿਹੜਾ ਇਹਦਾ ਨਾਸ ਹੋ ਜਾਂਦਾ, ਸਾਰੀ ਦੀ ਸਾਰੀ ਨਾਸ ਹੋ ਜਾਂਦੀ। ਭਾਵ ਅੰਦਰ ਜਿਹੜੀ ਦੈਵੀ ਸੰਪਦਾ ਹੈ ਉਹ ਆ ਜਾਂਦੀ ਹੈ। ਦੈਵੀ ਹੈ ਸਤ, ਸੰਤੋਖ, ਧੀਰਜ, ਧਰਮ, ਦਇਆ। ਇਹ ਦੈਵੀ ਸੰਪਦਾ ਹੈ। ਇਹਦੇ ਨਾਲ ਮਨੁੱਖ ਦਾ ਸੁਭਾਅ ਜਿਹੜਾ ਉਹ ਦੇਵਤਿਆਂ ਵਰਗਾ ਬਣ ਜਾਂਦਾ ਹੈ
ਤੇ ਅਸਲੀ ਸਮਤਾ ਜਿਹੜਾ ਇਹਦੇ ਨਾਲ ਮਨੁੱਖ ਦਾ ਸੁਭਾਅ ਜਿਹੜਾ ਉਹ ਰਾਖਸ਼ਾਂ ਵਾਲਾ ਬਣ ਜਾਂਦਾ। ਅਸੁਰ ਦਾ ਅਰਥ ਹੁੰਦਾ ਰਾਖਸ਼। ਰਾਖਸ਼ਾਂ ਵਾਲੀ ਬਿਰਤੀ ਹੈ ਜਿਹੜੀ ਇਹ ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰ ਇਹਦੇ ਨਾਲ ਬਣਦੀ ਏ। ਸਤ ਸੰਤੋਖ ਦਇਆ ਧਰਮ ਇਹਦੇ ਨਾਲ ਦੇਵੀ ਬਿਰਤੀ ਹੈ ਜਿਹੜੀ ਦੇਵਤਿਆਂ ਵਰਗਾ ਸੁਭਾਅ ਇਹ ਬਣਦਾ। ਧੰਨ ਗੁਰੂ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਅੰਦਰ ਦਰਜ ਕੀਤਾ ਹੈ, ਬਲਿਹਾਰੀ ਮੈਂ ਆਪਣੇ ਗੁਰੂ ਤੋਂ ਜਾਣਾ ਜਿਨ ਮਾਨਸ ਤੇ ਦੇਵਤੇ ਕੀਏ। ਜਿਹੜੇ ਗੁਰੂ ਨੇ ਕਿਰਪਾ ਕਰਕੇ ਨਾ ਅਸੀਂ ਮਨੁੱਖ ਸਾਂ ਤੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਨੇ। ਹੁਣ ਗੁਰੂ ਦੇਵਤੇ ਕਿਵੇਂ ਬਣਾਉਂਦਾ ਹੈ? ਜਦੋਂ ਦੇਵੀ ਗੁਣ ਭਰ ਦਿੰਦਾ ਨਾ ਗੁਰਸਿੱਖ ਦੇ ਅੰਦਰ, ਫਿਰ ਗੁਰਸਿੱਖ ਜਿਹੜਾ ਉਹਦਾ ਸੁਭਾਅ ਉਹਦੀ ਬਿਰਤੀ ਹੈ ਜਿਹੜੀ ਇਹ ਦੇਵਤਿਆਂ ਵਰਗੀ ਬਣ ਜਾਂਦੀ ਹੈ। ਇੱਥੇ ਗੁਰੂ ਮਹਾਰਾਜ ਜੀ ਨੇ ਸੱਚੇ ਸਤਿਗੁਰ ਨੇ ਕਿਰਪਾ ਕੀਤੀ ਹੈ। ਕਾਮ ਕ੍ਰੋਧ ਤ੍ਰਿਸ਼ਨਾ ਹੰਕਾਰਾ ਇਹ ਵਕਾਰ ਨੇ, ਬੁਰਾਈਆਂ ਨੇ, ਤਨ ਤੇ ਹੋਏ ਸਗਲ ਖਈ ਇਹ ਸਾਰਿਆਂ ਦਾ ਨਾਸ ਸਰੀਰ ਦੇ ਵਿੱਚ ਹੋ ਜਾਂਦਾ ਹੈ। ਜਦੋਂ ਪਰਿਪੂਰਨ ਗੁਰੂ ਦਇਆ ਦੇ ਘਰ ਦੇ ਵਿੱਚ ਆਉਂਦਾ ਹੈ ਤੇ ਸਾਨੂੰ ਪ੍ਰੇਰਕ ਹੋ ਕੇ ਰਸਤਾ ਵਿਖਾਉਂਦਾ ਹੈ ਜੀ। ਸਤ ਸੰਤੋਖ ਦਇਆ ਧਰਮ ਸੁਧ ਸੰਚਮ ਤੇ ਇਹ ਮਤ ਲਈ। ਅੱਗੇ ਧੰਨ ਗੁਰੂ ਜੀ ਰਹਿਮਤ ਕਰਦੇ ਨੇ ਇਹ ਦੇਵੀ ਸੰਪਦਾ ਸਤ ਸੰਤੋਖ ਧੀਰਜ ਦਇਆ ਤੇ ਧਰਮ ਇਹ ਪੰਜ ਨੇ। ਉਧਰ ਉਹ ਵਕਾਰ ਬੁਰਾਈਆਂ ਨੇ, ਇਹ ਚੰਗੇ ਗੁਣ ਨੇ, ਦੇਵੀ ਗੁਣ ਨੇ। ਇਹਨਾਂ ਦੇ ਨਾਲ ਸੱਚੇ ਸਤਿਗੁਰ ਦੀ ਰਹਿਮਤ ਬਖਸ਼ਿਸ਼ ਕਿਰਪਾ ਹੁੰਦੀ ਹੈ। ਸੋਚ ਪਵਿੱਤਰਤਾਈ ਸੰਤਨ, ਸੰਤ ਤੋਂ ਬਹੁਵਚਨ ਹੈ ਸੰਤਨ। ਜਦੋਂ ਸੰਤ ਸ਼ਬਦ ਆਉਂਦਾ ਹੈ ਉਹਦਾ ਅਰਥ ਆਪਾਂ ਗੁਰੂ ਕਰ ਦਿੰਦੇ ਹਾਂ। ਜਦੋਂ ਬਹੁਵਚਨ ਦੇ ਵਿੱਚ ਆਇਆ ਤੇ ਫਿਰ ਗੁਰੂ ਦਾ ਜਿਹੜਾ ਸਰਗੁਣ ਸਰੂਪ ਹੈ ਸੰਗਤ ਇਹ ਕੀਤਾ ਜਾਂਦਾ। ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸੰਗਤ ਦੇ ਵਿੱਚ, ਫਿਰ ਸਾਨੂੰ ਇਹ ਦੇਵੀ ਸੰਪਦਾ ਦੇ ਜਿਹੜੇ ਗੁਣ ਨੇ ਨਾ, ਸੁੱਚ ਪਵਿੱਤਰਤਾਈ ਧਰਮ ਦੇ ਵਿੱਚ ਰਹਿਣਾ, ਮਨ ਦੇ ਵਿੱਚ ਦਇਆ ਰੱਖਣੀ, ਸਤ ਸੰਤੋਖ ਦੇ ਵਿੱਚ ਰਹਿਣਾ, ਇਹ ਸਾਨੂੰ ਮੰਤਰ ਦੇ ਰੂਪ ਦੇ ਵਿੱਚ ਦਿੰਦੇ ਨੇ। ਸੰਤਨ ਤੇ ਇਹ ਮੰਤ ਲਈ, ਮੰਤ ਦਾ ਅਰਥ ਹੈ ਮੰਤਰ, ਇਹ ਮੰਤਰ ਹੈ। ਮੰਤਰ ਦਾ ਅਰਥ ਹੁੰਦਾ ਹੈ ਜਪਣਾ, ਆਪਣੇ ਹਿਰਦੇ ਦੇ ਵਿੱਚ ਚੇਤੇ ਰੱਖਣਾ। ਇਹਨਾਂ ਗੁਣਾਂ ਨੂੰ ਗੁਰਮੁਖ ਪਿਆਰੇ ਨੇ ਜਿਹੜੇ ਇਹ ਸੰਗਤ ਦੇ ਵਿੱਚ ਆਣ ਕੇ ਧਾਰਨ ਕਰਕੇ ਆਪਣੇ ਹਿਰਦੇ ਦੇ ਵਿੱਚ ਯਾਦ ਰੱਖਦੇ ਹਨ ਜੀ। ਕਹੋ ਨਾਨਕ ਜਿਨ ਮਨਹੁ ਪਛਾਨਿਆ ਤਿਨ ਕੋ ਸਗਲੀ ਸੋਝ ਪਈ। ਧੰਨ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਖਰੀ ਤੁਕ ਦੇ ਵਿੱਚ ਸਾਨੂੰ ਇਹ ਦੱਸਿਆ ਕਿ ਜਿਨਨੇ ਆਪਣੇ ਅੰਦਰ ਦੀ ਪਛਾਣ ਕਰ ਲਈ ਹੈ ਨਾ, ਜਿਸ ਨੇ ਆਪਣੇ ਮਨ ਦੀ ਪਛਾਣ ਕਰ ਲਈ ਹੈ, ਤਿੰਨ ਕੋ ਸਗਲੀ ਸੋਝ ਪਈ, ਉਹਨੂੰ ਅਸਲ ਦੇ ਵਿੱਚ ਸੋਝੀ ਪੈਂਦੀ ਹੈ। ਜਿਹੜਾ ਦੂਜਿਆਂ ਦੀ ਪਛਾਣ ਕਰਦਾ ਰਹਿੰਦਾ ਹੈ, ਦੂਜਿਆਂ ਦੇ ਮਨ ਫਰੋਲਦਾ ਰਹਿੰਦਾ, ਦੂਜਿਆਂ ਦੇ ਗੁਣ ਔਗਣ ਫਰੋਲਦਾ ਰਹਿੰਦਾ, ਉਹਨੂੰ ਆਪਣੀ ਪਛਾਣ ਨਹੀਂ ਰਹਿੰਦੀ। ਦੂਜਿਆਂ ਦੀ ਪਛਾਣ ਤਾਂ ਬਣ ਜਾਂਦੀ ਹੈ, ਦੂਜਿਆਂ ਦਾ ਤਾਂ ਪਤਾ ਲੱਗ ਜਾਂਦਾ ਹੈ, ਪਰ ਆਪਣਾ ਪਤਾ ਨਹੀਂ ਲੱਗਦਾ। ਇਹ ਮਾਰਗ ਇਸ ਤਰ੍ਹਾਂ ਦਾ ਹੈ। ਇੱਥੇ ਜਦੋਂ ਮਨੁੱਖ ਨੂੰ ਆਪਣਾ ਪਤਾ ਲੱਗੇ ਨਾ ਵੀ ਮੇਰੇ ਅੰਦਰ ਕਿਤਨੇ ਗੁਣ ਤੇ ਕਿਤਨੇ ਔਗਣ ਨੇ, ਉਦੋਂ ਫਿਰ ਗੱਲ ਬਣਦੀ। ਕਹੋ ਨਾਨਕ ਜਿਨ ਮਨਹੁ ਪਛਾਨਿਆ, ਜਿਨ੍ਹਾਂ ਨੇ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਦੀ ਪਛਾਣ ਕਰ ਲਈਏ। ਹੁਣ ਮਨ ਕਰਕੇ ਪਛਾਣ ਕਿਵੇਂ ਹੁੰਦੀ? ਆਪਣੇ ਮਨ ਦੀ ਪਛਾਣ ਕਰ ਲੈ ਤੇ ਮਨ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦਾ ਵਾਸ ਹੈ, ਉਦੋਂ ਫਿਰ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਸੰਤ ਸ਼ਬਦ ਦੇ ਜਿਹੜਾ ਇਹਦਾ ਅਰਥ ਵੀ ਇਹੀ ਬਣਦਾ ਹੈ। ਪਹਿਲੂ ਸੱਸਾ ਲੈ ਲਓ, ਸੱਸੇ ਤੋਂ ਹੈ ਸਵੈ ਅਧਿਐਨ, ਆਪਣਾ ਅਧਿਐਨ ਕਰਨਾ ਹੈ, ਆਪਣੇ ਆਪ ਨੂੰ ਪੜ੍ਹਨਾ ਹੈ, ਕਿਸੇ ਨੂੰ ਨਹੀਂ ਪੜ੍ਹਨਾ। ਤੇ ਫਿਰ ਉੱਤੇ ਟਿੱਪੀ ਹੈ, ਇਹਦਾ ਅਰਥ ਹੰਕਾਰ ਹੈ ਜਿਹੜਾ ਉਹ ਨਹੀਂ ਕਰਨਾ ਵੀ ਮੈਂ ਬੜਾ ਸਿਆਣਾ ਹੋ ਗਿਆ ਹੁਣ ਆਪਣੇ ਆਪ ਨੂੰ ਪੜ੍ਹਨ ਲੱਗ ਗਿਆ। ਆਪਣੇ ਆਪ ਨੂੰ ਪੜ੍ਹੀ ਵੀ ਜਾਂਦਾ ਤੇ ਨਾਲ ਹੰਕਾਰ ਵੀ ਕਰੀ ਜਾਂਦਾ, ਤੇ ਫਿਰ ਇਸ ਤਰ੍ਹਾਂ ਹੈ ਵੀ ਉਤਨਾ ਤਾਂ ਚੰਗੇ ਪਾਸੇ ਤੁਰਦਾ ਤੇ ਉਤਨਾ ਹੀ ਬੁਰੇ ਪਾਸੇ ਤੁਰਦਾ। ਦੋਵੇਂ ਪਾਸੇ ਨੇ ਬਰਾਬਰ ਕਰ ਰੱਖੇ ਨੇ। ਜੋ ਪ੍ਰਾਪਤ ਕਰਦਾ ਹੈ ਨਾ ਹੰਕਾਰ ਦੀ ਅੱਗ ਦੇ ਵਿੱਚ, ਫਿਰ ਉਹਨੂੰ ਸਾੜੀ ਵੀ ਨਾਲ ਦੀ ਨਾਲ ਜਾਂਦਾ, ਪੱਲੇ ਕੁਝ ਨਹੀਂ ਬਚ ਰਿਹਾ ਇਹਦੇ। ਸੱਸੇ ਤੋਂ ਸਵੈ ਅਧਿਐਨ, ਟਿੱਪੀ ਤੋਂ ਹੰਕਾਰ ਹੰਗਤਾ, ਤੇ ਤੱਤੇ ਤੋਂ ਤਿਆਗ, ਸੰਸਾਰ ਦੇ ਵੱਲੋਂ ਤਿਆਗੀ ਹੋ ਕੇ ਰਹਿਣਾ ਹੈ। ਸੰਸਾਰ ਦਾ ਤਿਆਗ ਕਰਨਾ ਹੈ, ਹੰਗਤਾ ਦਾ ਨਾਸ ਕਰਨਾ ਹੈ, ਤੇ ਪੜ੍ਹਨਾ ਆਪਣੇ ਮਨ ਨੂੰ ਹੈ। ਬਾਬਾ ਫਰੀਦ ਜੀ ਇੱਕ ਵਾਰੀ ਜਾ ਰਹੇ ਸਨ ਤੇ ਕੁਝ ਗੁਰਮੁਖ ਪਿਆਰਿਆਂ ਨੇ ਇਹਨਾਂ ਦਾ ਲਿਬਾਸ ਵੇਖ ਕੇ ਤੇ ਇਹਨਾਂ ਨੂੰ ਸੰਤ ਕਹਿ ਦਿੱਤਾ, ਦਰਵੇਸ਼ ਕਹਿ ਦਿੱਤਾ। ਤੇ ਬਾਬਾ ਫਰੀਦ ਜੀ ਨੂੰ ਬੜਾ ਇਸ ਗੱਲ ਦਾ ਗੁੱਸਾ ਲੱਗਿਆ ਵੀ ਮੈਂ ਦਰਵੇਸ਼ ਤਾਂ ਹੈ ਨਹੀਂ ਤੇ ਮੈਨੂੰ ਇਹਨਾਂ ਨੇ ਦਰਵੇਸ਼ ਕਹਿ ਦਿੱਤਾ ਹੈ। ਬਾਬਾ ਫਰੀਦ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ,
ਕਾਲੀ ਮੇਲੀ ਮੈਡੀ ਕੱਪੜੀ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼। ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਕਾਲਾ ਲਿਬਾਸ ਧਾਰਨ ਕੀਤਾ ਦਰਵੇਸ਼ਾਂ ਵਾਲਾ, ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਮੇਰਾ ਜਿਹੜਾ ਬਾਹਰੋਂ ਲਿਬਾਸ ਕਾਲਾ ਹੈ ਨਾ, ਇਹ ਅੰਦਰੋਂ ਮਨ ਵੀ ਕਾਲਾ ਹੈ, ਤੇ ਇਹ ਗਲਤੀ ਨਾਲ ਮੈਨੂੰ ਦਰਵੇਸ਼ ਆਖ ਰਹੇ ਨੇ। ਤੇ ਬਾਬਾ ਫਰੀਦ ਜੀ ਨੇ ਆਪਣਾ ਇਹ ਲਿਬਾਸ ਸੀ ਜਿਹੜਾ ਪਾੜ ਕੇ ਸੱਟ ਦਿੱਤਾ ਸੀ। ਕਹਿੰਦਾ ਮੈਂ ਇਸ ਤਰ੍ਹਾਂ ਦਾ ਲਿਬਾਸ ਨਹੀਂ ਧਾਰਨ ਕਰਨਾ ਜਿਹੜੇ ਲਿਬਾਸ ਦੇ ਨਾਲ ਸੰਗਤ ਨੂੰ ਲੋਕਾਂ ਨੂੰ ਧੋਖਾ ਹੋਵੇ। ਤੇ ਥੋੜਾ ਜਿਹਾ ਆਪਾਂ ਆਪਣੇ ਵੱਲ ਵੀ ਵੇਖ ਲਈਏ, ਅਸੀਂ ਕਿਸ ਤਰ੍ਹਾਂ ਦੇ ਹਾਂ। ਅਸੀਂ ਲਿਬਾਸ ਹੀ ਉਹ ਧਾਰਨ ਕਰਦੇ ਹਾਂ ਜਿਹੜੇ ਲਿਬਾਸ ਦੇ ਨਾਲ ਲੋਕਾਂ ਨੂੰ ਅਸੀਂ ਧੋਖਾ ਦੇ ਸਕੀਏ। ਤੇ ਕਿੱਥੇ ਬਾਬਾ ਫਰੀਦ ਜੀ ਸਨ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹਨਾਂ ਨੂੰ ਧੋਖਾ ਹੋ ਰਿਹਾ ਲਿਬਾਸ ਤੋਂ, ਤੇ ਉਹਨਾਂ ਨੇ ਆਪਣਾ ਲਿਬਾਸ ਹੀ ਪਾੜ ਦਿੱਤਾ ਸੀ। ਸੋ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਹੋ ਨਾਨਕ ਜਿਨ ਮਨੋਂ ਪਛਾਣਿਆ, ਜਿਨ੍ਹਾਂ ਨੇ ਆਪਣੇ ਮਨ ਦੀ ਪਛਾਣ ਕਰ ਲਈਏ, ਉਹਨਾਂ ਗੁਰਮੁਖ ਪਿਆਰਿਆਂ ਨੇ ਸੱਚੇ ਸਤਿਗੁਰ ਦੀ ਰਹਿਮਤ ਨੂੰ ਪ੍ਰਾਪਤ ਕਰ ਲਿਆ ਹੈ। ਤਿੰਨ ਕੋ ਸਗਲੀ ਸੋਝ ਭਈ, ਉਸ ਦੇ ਘਰ ਦੀ ਸੋਝੀ ਹੀ ਅਸਲ ਵਿੱਚ ਉਸ ਨੂੰ ਪੈਂਦੀ ਏ ਜਿਹੜਾ ਆਪਣੇ ਮਨ ਦੀ ਪਛਾਣ ਕਰਦਾ ਹੈ ਜੀ। ਬਿਲਾਵਲ ਮਹੱਲਾ ਪੰਜਵਾ। ਕਿਆ ਹਮ ਜੀਵ ਜੰਤ ਬੇਚਾਰੇ, ਕਰਨ ਨਾ ਸਕੈ ਏ ਗੁਰਮਾਈ। ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਅਸੀਂ ਜੀਵ ਜੰਤ ਹਾਂ ਤੇ ਅਸੀਂ ਵਿਚਾਰੇ ਕੀ ਹਾਂ, ਤੇ ਆਪ ਜੀ ਦਾ ਜਿਹੜਾ ਵਰਣਨ ਹੈ ਉਹ ਅਸੀਂ ਕੀ ਕਰ ਸਕਦੇ ਹਾਂ। ਏਕ ਰੁਮਾਈ, ਰੋਮ ਦਾ ਅਰਥ ਹੁੰਦਾ ਵਾਲ। ਆਪ ਜੀ ਦਾ ਜਿਹੜਾ ਇੱਕ ਵਾਲ ਹੈ ਨਾ, ਇਹਦੇ ਬਾਰੇ ਵੀ ਅਸੀਂ ਵਰਣਨ ਨਹੀਂ ਕਰ ਸਕਦੇ। ਜਾਂ ਇਸ ਤਰ੍ਹਾਂ ਕਰ ਲਈਏ ਆਪਾਂ, ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਨਾ ਜੀਵ ਹਾਂ, ਜੰਤੂ ਹਾਂ ਤੇ ਵਿਚਾਰੇ ਹਾਂ। ਵਿਚਾਰਾ ਉਹਨੂੰ ਆਖਿਆ ਜਾਂਦਾ ਹੈ ਬੇਚਾਰਾ, ਜਿਹਦੇ ਕੋਲ ਕੋਈ ਵੀ ਚਾਰਾ ਨਾ ਹੋਵੇ। ਵਿਚਾਰਾ ਸ਼ਬਦ ਹੈ ਜਿਹੜਾ ਇਹ ਬਣਿਆ ਬੇ ਦਾ ਅਰਥ ਹੁੰਦਾ ਬਿਨਾ, ਤੇ ਚਾਰਾ ਦਾ ਅਰਥ ਹੁੰਦਾ ਜਿਹਦੇ ਕੋਲ ਕੋਈ ਵੀ ਚਾਰਾ ਨਾ ਹੋਵੇ। ਚਾਰਾ ਦਾ ਅਰਥ ਹੁੰਦਾ ਯਤਨ, ਜਿਹਦੇ ਕੋਲੇ ਕੋਈ ਵੀ ਯਤਨ ਨਾ ਰਵੇ ਉਹਨੂੰ ਵਿਚਾਰਾ ਆਖਿਆ ਜਾਂਦਾ ਹੈ। ਬਈ ਇਹਦੇ ਪਾਸ ਹੁਣ ਕੋਈ ਵੀ ਯਤਨ ਨਹੀਂ, ਇਹ ਵਿਚਾਰਾ ਹੋ ਗਿਆ, ਬਿਨਾ ਚਾਰੇ ਤੋਂ ਹੋ ਗਿਆ, ਕੋਈ ਵੀ ਚਾਰਾ ਜਿਹੜਾ ਉਹ ਨਹੀਂ ਲਾ ਸਕਦਾ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਆ ਹਮ ਜੀ ਜੰਤ ਬੇਚਾਰੇ, ਅਸੀਂ ਬਿਨਾ ਚਾਰੇ ਤੋਂ ਹੋ ਗਏ ਹਾਂ। ਹੇ ਸੱਚੇ ਸਤਿਗੁਰ ਜੀ, ਤੇਰੇ ਬਣਾਏ ਹੋਏ ਜੀਵ ਜੰਤਾਂ ਵਰਨ ਨਾ ਸਾਕੇ ਏਕ ਰਮਾਈ। ਆਪ ਜੀ ਦੀ ਜਿਹੜੀ ਵਡਿਆਈ ਹੈ, ਆਪ ਜੀ ਦੀ ਜਿਹੜੀ ਸੋਭਾ ਹੈ ਨਾ, ਉਹਦਾ ਵਰਣਨ ਅਸੀਂ ਇੱਕ ਰੋਮ ਜਿੰਨਾ ਵੀ ਨਹੀਂ ਕਰ ਸਕਦੇ। ਹਾਂਜੀ। ਬ੍ਰਹਮ ਮਹੇਸ਼ ਸਿਧ ਮਨ ਇੰਦਰਾ, ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਹੁਣ ਅਗਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ, ਬ੍ਰਹਮ ਬ੍ਰਹਮਾ ਹੋਇਆ, ਮਹੇਸ਼ ਕਹਿੰਦੇ ਨੇ ਸ਼ਿਵ ਜੀ ਨੂੰ, ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕਰ ਲਈਆਂ ਨੇ, ਮੋਨ ਜਿਨ੍ਹਾਂ ਨੇ ਆਪਣੇ ਮਨ ਨੂੰ ਮੁੰਨਿਆ ਹੋਇਆ, ਇੰਦਰਾ ਇੰਦਰ ਆਦਿਕ, ਬੇਅੰਤ ਇਹ ਥੋੜੇ ਜਿਹੇ ਗਿਣੇ ਗਏ ਨੇ ਤੇ ਹੋਰ ਵੀ ਬੇਅੰਤ ਹੋਏ ਨੇ। ਹੇ ਮੇਰੇ ਸੱਚੇ ਸਤਿਗੁਰੂ ਜੀ, ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ, ਤੂੰ ਫਿਰ ਵੀ ਬੇਅੰਤ ਏ। ਤੇ ਠਾਕੁਰ ਦਾ ਅਰਥ ਹੁੰਦਾ, ਠਾਕ ਦਾ ਅਰਥ ਹੁੰਦਾ ਆਸਰਾ, ਤੇ ਉਰ ਦਾ ਅਰਥ ਹੁੰਦਾ ਹਿਰਦਾ। ਪ੍ਰਭੂ ਪਰਮਾਤਮਾ ਜੋ ਸਾਡੇ ਹਿਰਦੇ ਨੂੰ ਆਸਰਾ ਦੇਣ ਵਾਲਾ ਹੈ। ਤੇਰੀ ਗਤ ਨਹੀਂ ਪਾਈ, ਇਹਨਾਂ ਸਾਰਿਆਂ ਤੋਂ ਵੀ ਤੇਰੀ ਗਤ ਹੈ ਨਾ ਜਿਹੜੀ ਉਹ ਨਹੀਂ ਪਾਏਗੀ। ਧੰਨ ਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ। ਸੱਚੇ ਸਤਿਗੁਰੂ ਜੀ, ਅਸੀਂ ਵਿਚਾਰੇ ਜੀਵ ਜੰਤ ਹਾਂ, ਬਿਨਾ ਚਾਰੇ ਤੋਂ ਹਾਂ, ਤੇ ਆਪ ਜੀ ਦੀ ਜਿਹੜੀ ਵਡਿਆਈ ਹੈ, ਜਿਹੜੀ ਸੋਭਾ ਹੈ, ਇਹਨੂੰ ਅਸੀਂ ਰੋਮ ਮਾਤਰ ਵੀ ਨਹੀਂ ਕਥਨ ਕਰ ਸਕਦੇ। ਤੁਸ਼ ਬੁੱਧੀ ਵਾਲੇ ਹਾਂ। ਸਾਡਾ ਤਾਂ ਚਾਰਾ ਹੀ ਕੀ ਹੈ, ਵੱਡੇ ਵੱਡੇ ਦੇਵਤੇ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਵਰਗੇ ਅਤੇ ਹੋਰ ਸਿੱਧ ਸਾਧਕ ਮੁਨ ਇੰਦਰਾ ਜਿਹੜੇ ਹੋਏ ਨੇ ਨਾ, ਤੂੰ ਬੇਅੰਤਤਾਈ ਦਾ ਮਾਲਕ ਹੈ। ਤੇਰੀ ਬੇਅੰਤਤਾਈ ਨੂੰ ਇਹਨਾਂ ਤੋਂ ਵੀ ਨਹੀਂ ਨਾਪਿਆ ਗਿਆ, ਇਹਨਾਂ ਤੋਂ ਵੀ ਇਹ ਮਰਿਆਦਾ ਜਿਹੜੀ ਨਹੀਂ ਪਾਈ ਗਈ ਹੈ ਜੀ। ਕਿਆ ਕਥੀਐ ਕਿਛ ਕਥਨ ਨਾ ਜਾਈ। ਇਹ ਮੇਰੇ ਸੱਚੇ ਸਤਿਗੁਰੂ ਜੀ, ਕੀ ਕਥਨਾ ਕਰੀਏ, ਸਾਡੇ ਤੋਂ ਕੁਝ ਵੀ ਕਥਿਆ ਨਹੀਂ ਜਾ ਸਕਦਾ। ਕਥਨ ਦਾ ਅਰਥ ਹੁੰਦਾ ਵਿਖਿਆਨ ਕਰਨਾ। ਕਥਨ ਦਾ ਅਰਥ ਹੁੰਦਾ ਕਿਸੇ ਦੇ ਜਸ ਨੂੰ ਸੰਗਤ ਦੇ ਵਿੱਚ ਪ੍ਰਗਟ ਕਰਕੇ ਤੇ ਉਹਦਾ ਵਿਖਿਆਨ ਕਰਨਾ, ਗੱਲਾਂ ਬਾਤਾਂ ਵਿਚਾਰ ਚਰਚਾ ਆਦਿ ਕਰਨੀ। ਕਿਆ ਕਥੀਏ, ਆਪਾਂ ਕਥਾ ਕਰ ਰਹੇ ਹਾਂ, ਗੁਰੂ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਹਾਂ, ਸੋਭਾ ਕਰ ਰਹੇ ਹਾਂ। ਕਿਆ ਕਥੀਏ, ਅਸੀਂ ਕੀ ਕਥ ਸਕਦੇ ਹਾਂ, ਕੁਝ ਜਾਣਦੇ ਹੀ ਨਹੀਂ। ਕਿਛ ਕਥਨ ਨਾ ਜਾਈ, ਜਦੋਂ ਕੁਝ ਜਾਣਦੇ ਹੀ ਨਹੀਂ ਤੇ ਫਿਰ ਕਥੀਏ ਕੀ। ਭਗਤ ਜੀ ਨੂੰ ਬ੍ਰਾਹਮਣਾਂ ਨੇ ਸਵਾਲ ਕੀਤਾ ਸੀ, ਕਹਿੰਦੇ ਭਗਤ ਜੀ ਤੁਸੀਂ ਆਖਦੇ ਹੋ ਬਿਆਨ ਤੇ ਉਹਦੀ ਕਥਾ ਜਿਹੜੀ ਉਹ ਅਸੀਂ ਕਥਨ ਨਹੀਂ ਕਰ ਸਕਦੇ, ਤੇ ਫਿਰ ਤੁਸੀਂ ਕਿਉਂ ਕਥਾ ਕਰਦੇ ਹੁੰਦੀ।
ਧੰਨ ਗੁਰਬਾਣੀ ਦੇ ਅੰਦਰ ਦਰਜ ਹੈ, ਗੁਰੂ ਮਹਾਰਾਜ ਜੀ ਦੇ ਭਗਤ ਜੀ ਨੇ ਜਵਾਬ ਦਿੱਤਾ, ਪ੍ਰੇਮ ਭਗਤ ਕੇ ਕਾਰਨੇ, ਇਸ ਵਾਸਤੇ ਕਿ ਸਾਡੀ ਪ੍ਰੇਮਾ ਭਗਤੀ ਹੈ ਨਾ ਜਿਹੜੀ, ਉਸ ਪ੍ਰਭੂ ਪਰਮਾਤਮਾ ਦੇ ਨਾਲ ਬਣੀ ਰਵੇ, ਇਸ ਲਈ ਅਸੀਂ ਉਹਦਾ ਜਸ ਕਰਦੇ ਹਾਂ। ਆਪਾਂ ਸਿਰਫ ਉਸ ਦਾ ਜਸ ਹੀ ਕਰ ਰਹੇ ਹਾਂ, ਨਾ ਕਿ ਇਹ ਕਹਿ ਸਕਦੇ ਹਾਂ ਵੀ ਜੋ ਆਪਾਂ ਨੇ ਅਰਥ ਕਰ ਦਿੱਤੇ ਨੇ, ਜੋ ਕਥਾ ਕਰ ਦਿੱਤੀ, ਇਸ ਤੋਂ ਬਾਅਦ ਕੁਝ ਨਹੀਂ। ਉਹਦੀਆਂ ਬਿਤਾਦ ਗੱਲਾਂ ਨੇ, ਬਿਤਾਦ ਵਿਚਾਰਾਂ ਨੇ, ਬਿਤਾਦ ਉਸ ਦਾ ਗਿਆਨ ਨੇ, ਉਸ ਦੀ ਸ਼ੋਭਾ ਦਾ ਕਿਸੇ ਤੋਂ ਅੰਤ ਨਹੀਂ ਪਾਇਆ ਜਾ ਸਕਦਾ ਹੈ ਜੀ। ਜਹ ਜਹ ਦੇਖਾ ਤਹ ਰਹਿਆ ਸਮਾਈ। ਇਹ ਮੇਰੇ ਵਾਹਿਗੁਰੂ ਜੀ, ਜਿੱਧਰ ਵੀ ਅਸੀਂ ਵੇਖਦੇ ਹਾਂ ਉਹ ਸਾਰਿਆਂ ਦੇ ਵਿੱਚ ਤੂੰ ਵਿਆਪਕ ਰੂਪ ਦੇ ਵਿੱਚ ਹੈ ਜੀ। ਰਹਾਉ ਜਹ ਮਹਾ ਧਿਆਨ ਦੁਖ ਜਬ ਸੁਣੀਐ, ਤਹ ਮੇਰੇ ਪ੍ਰਭ ਤੂ ਹੈ ਸਹਾਈ। ਅੱਗੇ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਰਹਿਮਤ ਕਰ ਰਹੇ ਨੇ, ਹੇ ਮੇਰੇ ਸੱਚੇ ਸਤਿਗੁਰੂ ਜੀ, ਸੁਣਿਆ ਜਦੋਂ ਮਨੁੱਖ ਇਹ ਸਰੀਰ ਛੱਡਦਾ ਹੈ ਨਾ, ਉਦੋਂ ਫਿਰ ਜਮਦੂਤ ਨੇ ਜਿਹੜੇ ਇਹ ਬੜਾ ਭਿਆਨਕ ਦੁੱਖ ਦਿੰਦੇ ਨੇ, ਤੇ ਉੱਥੇ ਤੂੰ ਸਾਡੇ ਤੇ ਕਿਰਪਾ ਕਰਦਾ, ਸਾਡਾ ਮਦਦਗਾਰ ਹੁੰਦਾ ਹੈ। ਜਹ ਮਹਾ ਭਿਆਨ, ਭਿਆਨ ਦਾ ਅਰਥ ਹੁੰਦਾ ਭਿਆਨਕ, ਦੁੱਖ ਦਾ ਅਰਥ ਹੈ ਦੁੱਖ। ਜਮ ਸੁਣੀਏ, ਬੜਾ ਭਿਆਨਕ ਦੁੱਖ ਦੇਣ ਵਾਲੇ ਜਿਹੜੇ ਜਮ ਸੁਣੇ ਜਾਂਦੇ ਨੇ। ਤਹਿ ਮੇਰੇ ਪ੍ਰਭ ਤੂੰ ਹੈ ਸਹਾਈ, ਉਥੇ ਹੈ ਮੇਰੇ ਪ੍ਰਭੂ, ਹੈ ਮੇਰੇ ਵਾਹਿਗੁਰੂ, ਤੂੰ ਸਾਡਾ ਮਦਦਗਾਰ ਹੁੰਦਾ ਹੈ ਜੀ। ਸਰਨ ਪਰਿਓ ਹਰ ਚਰਨ ਗਹੇ ਪ੍ਰਭ, ਗੁਰੂ ਨਾਨਕ ਕੋ ਬੂਝ ਬੁਝਾਈ। ਸੱਚੇ ਸਤਿਗੁਰੂ ਜੀ, ਆਪ ਜੀ ਦੇ ਸ਼ਰਨ ਦੇ ਵਿੱਚ ਆ ਗਏ ਆ। ਸ਼ਰਨ ਪਰਿਓ, ਆਪ ਜੀ ਦੀ ਸ਼ਰਨ ਵਿੱਚ ਆ ਗਏ ਆ। ਹਰੀ ਚਰਨ ਗਹੇ, ਆਪ ਜੀ ਦੇ ਚਰਨ ਪਕੜ ਲੈਣੇ। ਗਹੇ ਦਾ ਅਰਥ ਹੁੰਦਾ ਪਕੜਨਾ, ਆਪ ਜੀ ਦੇ ਚਰਨ ਪਕੜ ਲੈਣੇ। ਹੈ ਮੇਰੇ ਪ੍ਰਭੂ, ਗੁਰੂ ਨਾਨਕ ਕੋ ਬੂਝ ਬੁਝਾਈ। ਸੱਚੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਤੁਸੀਂ ਸਾਡੇ ਤੇ ਕਿਰਪਾ ਕੀਤੀ ਹੈ ਤੇ ਸਾਨੂੰ ਇਹ ਸੋਝੀ ਦਿੱਤੀ ਹੈ, ਸਾਨੂੰ ਇਹ ਸਮਝ ਆਈਏ। ਗੁਰੂ ਨਾਨਕ ਦੇਵ ਜੀ ਨੇ ਆਪ ਦੇ ਉੱਤੇ ਗੱਲ ਨੂੰ ਢਾਲ ਕੇ ਸਾਨੂੰ ਸਮਝਾਣਾ ਕੀਤਾ ਹੈ। ਸੱਚੇ ਸਤਿਗੁਰ ਦੀ ਪਾਵਨ ਗੁਰਬਾਣੀ ਦੀ ਸਭ ਤੋਂ ਵੱਡੀ ਵਡਿਆਈ ਇਹ ਹੈ ਕਿ ਗੁਰੂ ਮਹਾਰਾਜ ਜੀ ਨੇ ਕਿਸੇ ਦੇ ਵੱਲ ਉਂਗਲ ਨਹੀਂ ਕੀਤੀ, ਕਿਸੇ ਦੇ ਵੱਲ ਇਸ਼ਾਰਾ ਨਹੀਂ ਕੀਤਾ। ਜੋ ਵੀ ਸਾਨੂੰ ਸਮਝਾਣਾ ਕੀਤਾ ਹੈ, ਗੁਰੂ ਮਹਾਰਾਜ ਜੀ ਨੇ ਆਪ ਦੇ ਉੱਤੇ ਗੱਲ ਨੂੰ ਢਾਲ ਕੇ ਤੇ ਫਿਰ ਸਮਝਾਣਾ ਕੀਤਾ ਹੈ। ਗੁਰੂ ਨਾਨਕ ਕੋ ਬੂਝ ਬੁਝਾਈ, ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਸਾਨੂੰ ਬੂਝ ਹੈ ਜਿਹੜੀ, ਬੂਝ ਦਾ ਅਰਥ ਹੁੰਦਾ ਸਮਝ, ਬੁਝਾਈ ਦਾ ਅਰਥ ਹੁੰਦਾ ਦੇ ਦੇਣਾ। ਇਹ ਜੋ ਸਮਝ ਆਈ ਹੈ ਨਾ, ਪ੍ਰਭੂ ਪਰਮਾਤਮਾ ਤੇਰਾ ਨਾਮ ਹੈ ਜਿਹੜਾ, ਇਹ ਉੱਥੇ ਸਹਾਈ ਹੁੰਦਾ ਜਿੱਥੇ ਜਮ ਬੜਾ ਦੁੱਖ ਦਿੰਦੇ ਨੇ। ਜਿੱਥੇ ਬੜੀ ਦੁੱਖ ਦੀ ਘੜੀ ਬਣ ਜਾਂਦੀ, ਉੱਥੇ ਤੇਰੇ ਨਾਮ ਦਾ ਆਸਰਾ ਜਿਹੜਾ ਇਹ ਗੁਰਸਿੱਖਾਂ ਨੂੰ ਤਾਰ ਲੈਂਦਾ, ਸਹਾਰਾ ਦਿੰਦਾ ਹੈ। ਇਹ ਤੇਰੇ ਦਰ ਤੇ ਆਣ ਕੇ ਸਾਨੂੰ ਸਮਝ ਆਈਏ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਜੋ ਗੁਰੂ ਮਹਾਰਾਜ ਜੀ ਨੇ ਅੱਜ ਦੇ ਪਾਵਨ ਸ਼ਬਦਾਂ ਦੇ ਅੰਦਰ ਨਾਮ ਦੀ ਵਡਿਆਈ, ਨਾਮ ਦੀ ਸੋਭਾ ਕਥਨ ਕੀਤੀ ਏ, ਸੱਚੇ ਸਤਿਗੁਰ ਕਿਰਪਾ ਕਰਨ। ਇਹ ਅਮੋਲਕ ਨਾਮ ਸਾਡੇ ਹਿਰਦੇ ਦੇ ਵਿੱਚ ਵੀ ਰੁਕਣ ਲੱਗ ਜੇ, ਸਾਡੇ ਚੇਤੇ ਦੇ ਵਿੱਚ ਵੀ ਤੰਬੋਲੀ ਦੀ ਤਰ੍ਹਾਂ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨਾਂ ਦੀ ਚਿਤਵਨੀ ਬਣ ਜਾਵੇ, ਨਾਮ ਦੀ ਚਿਤਵਨੀ ਬਣ ਜਾਵੇ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ।